बस एक गल दस दे भी आ जेड़ी तू ट्रैवलिंग करदा ते ओदे तो बाद फ्रैश रहना एदा राज की है? एदा राज है अर्लिंगटन फ्यूल स्टॉप। अर्लिंगटन फ्यूल स्टॉप 1801 पायनियर स्ट्रीट हाईवे एग्जिट 208 ते जिथे ਤੁਹਾਨੂੰ फ्री कॉफी, फ्री फैक्स सर्विस, फ्री ट्रक पार्किंग, रोटी, ठेका, लॉन्ड्री, शावर ते ट्रਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 यानी 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲੌਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB ट्रक रिपेयर, यूपा सिटी, सर्टिफाइड क्यूमिंस, डेट्रॉइट फ्रेटलाइनर, वेस्टर्न स्टार, वॉल्वो, कैटरपिलर ਅਤੇ ਸੀਰੀਜ਼ 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਟਰਾਂਸ ਕੈਨੇਡਾ ਚੱਲਣ ਵਾਲੇ ਵੀਰ ਨੋਟ ਕਰਨ ਜੀ, ਇਹ ਅਕਾਲ ਟਰੱਕ ਐਂਡ ਟ੍ਰੇਲਰ ਹੁਣ ਨਵੀਂ ਲੋਕੇਸ਼ਨ 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ ਮੈਨੀਟੋਬਾ 'ਤੇ ਸ਼ਿਫਟ ਹੋ ਗਿਆ ਜੀ। ਇੱਥੇ ਹੁਣ ਤੁਹਾਨੂੰ ਪਾਰਕਿੰਗ ਦੀ ਸਹੂਲਤ, ਕੁਇਕ ਵਾਸ਼, ਕੁਇਕ ਟਰੱਕ ਲੀਵ ਦੇ ਨਾਲ ਨਾਲ ਪਹਿਲਾਂ ਵਾਲੀਆਂ ਤਮਾਮ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਵਿੰਡ ਸਕਰੀਨ ਹੋਵੇ, ਇੰਜਨ ਰੀਬਿਲਟ ਹੋਵੇ, DOT ਸੇਫਟੀ ਹੋਵੇ, ਸੈਮੀ ਦੇ ਤਮਾਮ ਕੰਮ ਕੀਤੇ ਜਾਂਦੇ ਨੇ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ, ਆਪਰੇਟਰ ਅਤੇ ਡਰਾਈਵਰਾਂ ਨੂੰ ਲੋਕਲ ਜੋਬ ਦਿੰਦੀ ਹੈ ਸੈਟਲ ਦੇ ਵਿੱਚ। ਅਤੇ ਜੇਕਰ ਤੁਸੀਂ ਦੂਰ ਨਹੀਂ ਜਾਣਾ ਚਾਹੁੰਦੇ ਤਾਂ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060, ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਬੇਕਰਸਵੀਲ ਏਰੀਆ ਦੇ ਵਿੱਚ ਪ੍ਰਾਪਰਟੀ, ਬਿਜ਼ਨਸ, ਘਰ ਲੈਣ ਦੇ ਲਈ ਅਤੇ ਸੋਲਰ ਸਿਸਟਮ ਲਵਾਉਣ ਦੇ ਲਈ ਜਤਿੰਦਰ ਸਿੰਘ ਤੂਰ ਹੋਰਾਂ ਨੂੰ 6617541722 'ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ, ਭਾਰਤ ਦੇ ਵਿੱਚ ਦੇਖੋ ਚੀਨ ਤੋਂ ਕਰੋਨਾ ਚੱਲਿਆ ਜੀ, ਭਾਰਤ ਦੇ ਵਿੱਚ ਹੁਣ ਇਹ ਕਹਿਰ ਬਰਪਾ ਰਿਹਾ ਆਪਣਾ। ਮੌਜੂਦਾ ਸਥਿਤੀ ਦੀ ਗੱਲ ਕਰੀਏ, ਜੇਕਰ ਭਾਰਤ ਦੀ ਗੱਲ ਕਰੀਏ ਮੌਜੂਦਾ ਸਥਿਤੀ ਦੇ ਵਿੱਚ, ਤਾਂ ਅੱਜ ਪੂਰਾ ਬੁਰਾ ਹਾਲ ਹੋਇਆ ਪਿਆ ਭਾਰਤ ਦੇ ਵਿੱਚ ਕਰੋਨਾ ਦੇ ਮਰੀਜ਼ਾਂ ਦਾ। ਰਿਕਾਰਡ ਤੋੜ ਡੈਥਸ ਹੋ ਰਹੀਆਂ ਨੇ, ਰਿਕਾਰਡ ਤੋੜ
ਨੰਬਰ ਸਾਹਮਣੇ ਆ ਰਹੇ ਨੇ, ਪਰ ਜਿਵੇਂ 24 ਘੰਟਿਆਂ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਜੀ? ਦੇਖੋ 24 ਘੰਟਿਆਂ 'ਚ ਬਹੁਤ ਕੁਝ ਸਾਹਮਣੇ ਆ ਗਿਆ ਜੀ। ਰਿਕਾਰਡ ਮੌਤਾਂ 2800 ਤੇ 12 ਜੀ। ਜਿੱਥੋਂ ਤੱਕ ਆਪਾਂ ਕੇਸਾਂ ਦੀ ਗੱਲ ਕਰੀਏ, ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ ਹੋ ਗਈ ਹੈ 28,13,658 ਜੀ। ਕੁੱਲ ਕੇਸਾਂ ਦਾ ਜਿਹੜਾ ਇਹ 16.25% ਬੰਦਾ ਹੈ। ਔਰ ਜੇ ਅਸੀਂ ਦੇਖੀਏ ਮਰੀਜ਼ਾਂ ਦੇ ਠੀਕ ਹੋਣ ਦੀ ਦਰ, ਉਹ 82.20% ਹੈ ਜੀ। ਤੇ ਕੁੱਲ ਮਿਲਾ ਕੇ ਜੇ ਆਪਾਂ ਹਾਲਾਤ ਦੇਖੀਏ ਤਾਂ ਹਾਲਾਤ ਬੜੇ ਡਰਾਉਣੇ ਬਣੇ ਹੋਏ ਹੈ ਜੀ। ਬਹੁਤ ਵੱਡੇ ਤਾਦਾਦ ਦੇ ਉੱਤੇ ਮੌਤਾਂ ਦਾ ਹੋਣਾ, ਫਿਰ ਸੰਸਕਾਰ ਵਾਸਤੇ ਜਗ੍ਹਾ ਨਾ ਮਿਲਣੀ, ਥਾਂ ਜਿਹੜੇ ਹੈਗੇ ਪਾਰਕਾਂ ਨੂੰ ਵੀ ਸ਼ਮਸ਼ਾਨ ਘਾਟਾਂ 'ਚ ਤਬਦੀਲ ਕਰ ਦੇਣਾ। ਔਰ ਹਾਲਾਤ ਇੱਥੋਂ ਤੱਕ ਮਾੜੇ ਹੋਏ ਵੀ ਹੈ ਕਿ ਯੂਪੀ ਵਰਗੇ ਸ਼ਹਿਰਾਂ ਦੇ ਵਿੱਚ ਜੀ ਮੁਰਦਿਆਂ ਨੂੰ ਲਿਜਾਣ ਵਾਸਤੇ ਜਿਹੜੀਆਂ ਐਂਬੂਲੈਂਸ ਗੱਡੀਆਂ ਵੀ ਨਹੀਂ ਮਿਲ ਰਹੀਆਂ ਜੀ। ਬਹੁਤ ਸਾਰੇ ਥਾਵਾਂ ਤੇ ਦੇਖਿਆ ਸੀ। ਪੰਜਾਬ ਦੇ ਵਿੱਚ ਵੀ ਹਾਲਤ ਇਹੋ ਜਿਹੀ ਹੈ। ਲੁਧਿਆਣੇ ਦੀ ਵੀ ਤਸਵੀਰ ਸਾਹਮਣੇ ਆਈ। ਲੁਧਿਆਣੇ ਦੀ ਤਸਵੀਰ ਸਾਹਮਣੇ ਆਈ ਹੈ। ਲੁਧਿਆਣੇ 'ਚ ਤੁਸੀਂ ਦੇਖਿਆ ਹੋਣਾ ਕਿ ਲੋਕ ਰਿਕਸ਼ਿਆਂ ਤੇ, ਆਟੋ ਰਿਕਸ਼ਾ ਤੇ, ਕਾਰਾਂ ਦੀਆਂ ਗੱਡੀਆਂ ਦੇ ਉੱਪਰ ਆਪਣੇ ਜਿਹੜੇ ਹੈਗੇ ਡੈਡ ਬੋਡੀਜ਼ ਆਪਣੇ ਪਿਆਰਿਆਂ ਨੂੰ ਲੈ ਕੇ ਜਾ ਰਹੇ ਹੈ। ਔਰ ਜੇ ਅਸੀਂ ਕਰੋਨਾ ਪ੍ਰੋਟੋਕੋਲ ਦੇ ਲਿਹਾਜ਼ ਨਾਲ ਦੇਖੀਏ ਤਾਂ ਇਹ ਬਹੁਤ ਵੱਡੀ ਜਿਹੜੀ ਹੈਗੀ ਹੈ ਉਲੰਘਣਾ ਹੈ। ਕਿਉਂਕਿ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਜਦੋਂ ਕਿਸੇ ਵੀ ਬੰਦੇ ਨੂੰ ਮੌਤ ਹੋ ਜਾਂਦੀ ਤੇ ਮੌਤ ਤੋਂ ਬਾਅਦ ਉਹਨੂੰ ਪੀਪੀ ਕਿੱਟ ਦੇ ਵਿੱਚ ਨੂੜਿਆ ਜਾਂਦਾ ਹੈ। ਬਿਲਕੁਲ ਜੀ। ਪੀਪੀ ਕਿੱਟ ਦੇ ਵਿੱਚ ਪਾਉਣ ਦਾ ਮਤਲਬ ਇਹ ਹੁੰਦਾ ਡੈਡ ਬੋਡੀ ਨੂੰ ਕਿ ਜਿਨ੍ਹਾਂ ਲੋਕਾਂ ਨੇ ਸੰਸਕਾਰ ਕਰਨਾ ਉਹਨਾਂ ਨੇ ਵੀ ਪੀਪੀ ਕਿੱਟ ਪਹਿਨੀ ਹੁੰਦੀ ਹੈ ਕਿ ਜਿਹੜੇ ਹੈਗੇ ਉਹਦੇ ਵਾਇਰਸ ਬਾਹਰ ਨਾ ਨਿਕਲਣ। ਜੇ ਵਾਇਰਸ ਬਾਹਰ ਨਿਕਲ ਗਿਆ ਤਾਂ ਪਤਾ ਨਹੀਂ ਕਿੰਨੇ ਬੰਦਿਆਂ ਨੂੰ ਲੱਗੂਗਾ। ਬਹੁਤੇ ਵਾਰੀ ਆਪਾਂ ਦੇਖਿਆ ਕਿ ਜਿਹੜੇ ਪਰਿਵਾਰਕ ਮੈਂਬਰ ਆ ਉਹ ਦੂਰ ਖੜੇ ਹੁੰਦੇ, ਜਿਨ੍ਹਾਂ ਮੁਲਾਜ਼ਮਾਂ ਨੂੰ ਟ੍ਰੇਨਿੰਗ ਦਿੱਤੀ ਹੁੰਦੀ ਹੈ, ਜਿਹੜੇ ਮੁਲਾਜ਼ਮ ਇਸ ਕੰਮ ਦੇ ਉੱਤੇ ਲੱਗੇ ਹੋਏ ਸੰਸਕਾਰ ਉਹ ਕਰਦੇ ਹੈ। ਲੇਕਿਨ ਜਦੋਂ ਇਸ ਤਰ੍ਹਾਂ ਕਾਰਾਂ 'ਤੇ ਲੈ ਜਾਓ, ਰਿਕਸ਼ਿਆਂ 'ਤੇ ਲੈ ਜਾਓ, ਆਟੋ ਰਿਕਸ਼ਿਆਂ 'ਤੇ ਤੁਸੀਂ ਲੈ ਕੇ ਜਾਓਗੇ ਤੇ ਫਿਰ ਤੁਸੀਂ ਸਮਾਜ ਵਾਸਤੇ ਕਿੱਡਾ ਵੱਡਾ ਖਤਰਾ ਪੈਦਾ ਹੁੰਦਾ ਹੈ। ਸਮਾਜ ਵਾਸਤੇ ਖਤਰਾ ਆਪਣੀ ਥਾਂ ਦੇ ਉੱਤੇ ਹੈ, ਪਰ ਜੇ ਇਹਨੂੰ ਅਸੀਂ ਪ੍ਰਸ਼ਾਸਨਿਕ ਤੌਰ 'ਤੇ ਦੇਖੀਏ ਤਾਂ ਬਹੁਤ ਵੱਡੀ ਮੁਜਰਮਾਨਾ ਕੁਤਾਹੀ ਹੈ। ਬਿਲਕੁਲ। ਲੁਧਿਆਣਾ ਦੇ ਸਿਵਲ ਸਰਜਨ ਦਾ ਬਿਆਨ ਆ ਗਿਆ, ਕਹਿੰਦਾ ਜੀ ਸਾਡੇ ਕੋਲੇ 4 ਵਾਹਨ ਹੈ ਮੁਰਦਿਆਂ ਨੂੰ ਲਿਜਾਣ ਵਾਸਤੇ ਜੀ। ਇਹ ਕਿਸੇ ਨੇ ਵਾਹਨ ਕਿਉਂ ਨਹੀਂ ਲਿਆ? ਸਿਵਲ ਸਰਜਨ ਸਾਹਿਬ ਨੂੰ ਪੁੱਛਣਾ ਹੋਵੇ ਕਿ ਉਹਨਾਂ ਦਾ ਦਿਮਾਗ ਖਰਾਬ ਹੋਇਆ, ਉਹ ਮੁਰਦਿਆਂ ਨੂੰ ਮੋਢਿਆਂ ਤੇ ਚੱਕ ਕੇ ਲਿਜਾ ਕੇ ਤੇ ਰਿਕਸ਼ਾ ਤੇ ਲਈ ਫਿਰਦੇ ਆ। ਜੇ ਉਹਨਾਂ ਨੂੰ ਵਾਹਨ ਮਿਲਦਾ ਹੁੰਦਾ, ਤੁਹਾਡੇ ਕੋਲ ਤਾਂ ਭਾਵੇਂ 4 ਦੀ ਬਜਾਏ 400 ਖੜਾ ਹੋਵੇ ਜੀ, ਤੁਸੀਂ ਦਿੰਦੇ ਹੋ ਕਿ ਨਹੀਂ ਦਿੰਦੇ? ਵੱਡੀ ਗੱਲ ਇਹ। ਤੇ ਨਾਲ ਅਗਲੀ ਗੱਲ ਕਹਿਤੀ, ਮਾਮਲੇ ਨੂੰ ਠੰਡੇ ਬਸਤੇ 'ਚ ਪਾਉਣ ਦਾ ਇੱਕ ਤਰੀਕਾਕਾਰ ਹੁੰਦਾ ਹੈ, ਪੜਤਾਲ ਕਰਾਵਾਂਗੇ। ਪੜਤਾਲ ਕੌਣ ਕਰਾਊਗਾ? ਨਹੀਂ, ਪੜਤਾਲ ਕੌਣ ਕਰਵਾਊਗਾ? ਸਭ ਤੋਂ ਵੱਡਾ ਜ਼ਿੰਮੇਵਾਰ ਤਾਂ ਸਿਵਲ ਸਰਜਨ ਹੈ। ਡਿਪਟੀ ਕਮਿਸ਼ਨਰ ਜਿਹੜੇ ਲੱਗੇ ਹੋਏ ਆ ਉੱਥੇ, ਵਰਿੰਦਰ ਸ਼ਰਮਾ ਜੀ, ਬਹੁਤ ਅੱਛੇ ਇਨਸਾਨ ਹੈ। ਉਹਨਾਂ ਦੇ ਧਿਆਨ 'ਚ ਮਾਮਲਾ ਆਇਆ ਤੇ ਉਹਨਾਂ ਨੇ ਕਿਹਾ ਮੈਂ ਪੜਤਾਲ ਕਰਵਾਊਂਗਾ, ਇਹਦੀ ਅਸੀਂ ਪੜਤਾਲ ਕਰਾਵਾਂਗੇ। ਔਰ ਇਹ ਬਹੁਤ ਮਾੜੀ ਗੱਲ ਹੈ, ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ। ਕੋਵਿਡ-19 ਦਾ ਜਿਹੜਾ ਪ੍ਰੋਟੋਕੋਲ ਆ ਉਹਦੀ ਉਲੰਘਣਾ। ਨਾਲ ਦਾ ਨੇੜੇ ਸਭ ਤੁਸੀਂ ਦੇਖਿਆ ਹੋਣਾ ਕਿ ਸਰਕਾਰ ਜਿਹੜੀ ਹੈਗੀ ਦਹਿਲੀ ਪਈ ਹੈ। ਸਰਕਾਰ ਨੇ ਕੱਲ੍ਹ ਕੁਝ ਨਵੇਂ ਫੈਸਲੇ ਕੀਤੇ ਹੈ ਜੀ। ਹੁਣ ਸਾਰੇ ਪੰਜਾਬ ਦੇ ਵਿੱਚ ਦੁਕਾਨਾਂ ਸ਼ਾਮ ਦੇ 5 ਵਜੇ ਬੰਦ ਹੋ ਜਾਣਗੀਆਂ ਜੀ, ਅੱਜ ਤੋਂ। ਤੇ ਨਾਲ ਇਹ ਗੱਲ ਕਰਤੀ ਕਿ 6 ਵਜੇ ਤੋਂ ਕਰਫਿਊ ਲਾਗੂ ਹੋ ਜਾਊਗਾ ਔਰ ਇਹ ਸਵੇਰ ਦੇ 5 ਵਜੇ ਤੱਕ ਰਹੂਗਾ। ਵੀ 12 ਘੰਟੇ 14 ਘੰਟੇ ਬੰਦ ਹੋ ਗਿਆ ਲਗਭਗ। ਹਾਂ, ਜਿਹੜਾ ਫਿਰ ਆ ਗਿਆ ਸੈਚਰਡੇ ਸ਼ਾਮ ਨੂੰ 6 ਵਜੇ ਤੱਕ ਬੰਦ ਹੋਣੀ ਉਹ ਤੋਂ ਬਾਅਦ ਰਾਤ ਨੂੰ ਕਰਫਿਊ ਹੈ ਜੀ। ਸੈਚਰਡੇ ਤੇ ਸੰਡੇ। ਸ਼ੁੱਕਰਵਾਰ ਰਾਤ ਨੂੰ, ਸ਼ੁੱਕਰਵਾਰ ਸ਼ਾਮ ਦੇ 6 ਵਜੇ ਤੋਂ ਬਾਅਦ ਜੀ ਰਾਤ ਦਾ ਕਰਫਿਊ। ਸੈਚਰਡੇ ਸੰਡੇ ਲਾਕਡਾਊਨ ਹੈ ਮੁਕੰਮਲ ਜੀ। ਤੇ ਸੋਮਵਾਰ ਦੇ ਸੁਬਾਹ 5 ਵਜੇ ਤੱਕ, ਮਤਲਬ ਸ਼ਾਮ ਦੇ ਸ਼ਨੀਵਾਰ ਨੂੰ 6 ਵਜੇ ਤੋਂ ਬਾਅਦ ਅਗਲੇ 2 ਦਿਨ ਤੁਸੀਂ ਆਪਣੇ ਘਰ ਹੀ ਰਹੋਗੇ, ਆਪਣੇ ਘਰ ਤੋਂ ਬਾਹਰ ਨਹੀਂ ਆ ਸਕਦੇ। ਕੇਂਦਰ ਦੀਆਂ ਹਦਾਇਤਾਂ ਆ ਗਈਆਂ ਕਿ ਜੀ ਜਿਹੜਾ ਮਾਸਕ ਹੈ ਇਹ ਹੁਣ ਘਰੇ ਵੀ ਲਾਉਣਾ ਜ਼ਰੂਰੀ ਹੈ ਜੀ। ਪਰ ਸਵਾਲ ਇਹ ਪੈਦਾ ਹੁੰਦਾ ਕਿ ਹੁਣ ਇਹ ਕੇਂਦਰ ਹਦਾਇਤਾਂ ਦੇ ਰਹੀ ਹੈ ਤੇ ਜਦੋਂ ਕੇਂਦਰ ਦੇ ਜਿਹੜੇ ਸਭ ਤੋਂ ਵੱਡੇ ਸਾਡੇ ਅਧਿਕਾਰੀ ਹੈ, ਸਾਡੇ ਸਭ ਤੋਂ ਵੱਡੇ ਨੇਤਾ, ਸਾਡੇ ਆਗੂ ਹੈ, ਉਹਨਾਂ ਦਾ ਤਾਂ ਲਾ ਨਹੀਂ ਰਹੇ, ਨਰਿੰਦਰ ਮੋਦੀ ਸਾਹਿਬ। ਉਹ ਜਦੋਂ ਬੰਗਾਲ ਦੇ ਵਿੱਚ ਜਾਂਦੇ ਹੈ, ਬੰਗਾਲ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰਦੇ, ਉਹਨਾਂ ਦੇ ਮਾਸਕ ਨਹੀਂ ਲੱਗਿਆ ਹੁੰਦਾ।
ਅਮਿਤ ਸ਼ਾਹ ਜਿਹੜੇ ਹੈਗੇ ਆ ਉਹਨਾਂ ਦੇ ਨੰਬਰ 2 ਹਸਪਤਾਲ 'ਚ ਹੈ ਜਾਂਦੇ ਆ ਉਹਨਾਂ ਦੇ ਨਹੀਂ ਹੁੰਦਾ। ਔਰ ਨਾਲ ਫਰਮਾਨ ਦੇਖੋ, ਹੂੰ ਅਮਿਤ ਸ਼ਾਹ ਕਹਿੰਦੇ ਵੀ ਬੰਗਾਲ ਦੇ ਵਿੱਚ ਚੋਣ ਪ੍ਰਚਾਰ ਕਿਉਂ ਢਿੱਲਾ ਪੈਣ ਦਿੱਤਾ ਜਾਵੇ। ਮਹਾਰਾਸ਼ਟਰ ਦੇ ਵਿੱਚ ਕਹਿੰਦੇ ਕਿਹੜਾ ਚੋਣਾਂ ਹੁੰਦੀਆਂ, ਉੱਥੇ ਕਿਹੜਾ ਚੋਣ ਪ੍ਰਚਾਰ ਹੁੰਦਾ। ਉੱਥੇ ਕੋਵਿਡ-19 ਦੇ ਕੇਸ ਨੇ ਵੱਧ ਗਏ ਤੇ ਫਿਰ ਕਹਿੰਦੇ ਪੰਜਾਬ 'ਚ ਕਿਹੜਾ ਹੁੰਦਾ। ਨੰਬਰ 2 ਦੇ ਉੱਤੇ ਪੰਜਾਬ ਵੀ ਆਇਆ ਖੜੋਤਾ ਹੈ। ਮਤਲਬ ਤੁਸੀਂ ਦੇਖੋ ਕਿ ਸ਼ਰਮ ਲਾਹੀ ਹੋਈ ਹੈ ਸਾਡੇ ਸਿਆਸਤਦਾਨਾਂ ਨੇ। ਇੱਕ ਪਾਸੇ ਜਦੋਂ ਫਿਰ ਜੇ ਜਿੱਥੇ ਚੋਣਾਂ ਹੀ ਨਹੀਂ ਹੋ ਰਹੀਆਂ, ਜੇ ਉੱਥੇ ਵੱਧ ਰਹੇ ਤੇ ਘਰਾਂ ਦੇ ਵਿੱਚ ਮਾਸਕ ਕਿਉਂ ਲਾਏ ਜਾਣ। ਦਾਨੇਵਾਲੀਆ ਸਾਹਿਬ, ਕਿੱਡੀ ਵੱਡੀ ਜਿਹੜੀ ਹੈਗੀ ਹੈ ਬਦਨਾਮੀ ਹੋ ਰਹੀ ਹੈ ਭਾਰਤ ਦੀ। ਇਸ ਵੇਲੇ ਇੰਟਰਨੈਸ਼ਨਲ ਪ੍ਰੈਸ ਦੇ ਵਿੱਚ ਜਿਹੜੀਆਂ ਗੱਲਾਂ ਆ ਰਹੀਆਂ ਜੀ, ਉਹਦੇ ਨਾਲ ਭਾਰਤ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਹੈ। ਇੰਗਲੈਂਡ ਦਾ ਅਖਬਾਰ ਹੈ ਗਾਰਡੀਅਨ ਜੀ, ਗਾਰਡੀਅਨ ਨੇ ਪ੍ਰਧਾਨ ਮੰਤਰੀ ਦੀ ਜਿਹੜੀ ਹੈਗੀ ਹੈ ਖਬਰ ਲਈ ਹੈ। ਉਹਨਾਂ ਨੇ ਕਿਹਾ ਬਗੈਰ ਮਾਸਕ ਤੋਂ ਜਦੋਂ ਪ੍ਰਾਈਮ ਮਿਨਿਸਟਰ ਜਾ ਕੇ ਪ੍ਰਚਾਰ ਕਰੂਗਾ ਜੀ, ਉਹ ਲੋਕਾਂ ਲਈ ਚਾਨਣ ਮੁਨਾਰਾ ਕੀ ਬਣਨੇ। ਲੋਕ ਵੀ ਉਹਨੂੰ ਦੇਖ ਕੇ ਸਾਰਾ ਕੁਝ ਕਰਨਗੇ। ਇਸੇ ਤਰ੍ਹਾਂ ਟਾਈਮ ਮੈਗਜ਼ੀਨ ਹੈ, ਬਹੁਤ ਵੱਡਾ ਮੈਗਜ਼ੀਨ ਹੈ, ਉਹਨੇ ਵੀ ਇਹਦਾ ਨੋਟਿਸ ਲਿਆ ਕਿ ਜੀ ਇਹ ਜਿਹੜੇ ਹੈ ਮਿਸਮੈਨੇਜਮੈਂਟ ਹੈ। ਜਦੋਂ ਕਰੋਨਾ ਦੀ ਜਿਹੜੀ ਹੈਗੀ ਦੂਜੀ ਪਰਤ ਆਉਣੀ ਸੀ, ਦੂਜੀ ਪਰਤ ਆਉਣ ਤੋਂ ਪਹਿਲਾਂ ਨੀਤੀ ਆਯੋਗ ਦੇ ਇੱਕ MLA ਨੇ, ਸ਼ਾਇਦ ਆਪਣੇ ਇੱਕ ਮੈਂਬਰ ਨੇ, ਸ਼ਾਇਦ ਉਹਨਾਂ ਦਾ ਨਾਮ ਮਿਸਟਰ ਪਾਲ ਹੈ ਜੀ, ਉਹਨਾਂ ਨੇ ਕਹਿ ਦਿੱਤਾ ਸੀ ਜੀ ਪ੍ਰਬੰਧ ਕਰ ਲਓ। ਕੁਛ ਦਿਨ ਪਹਿਲਾਂ ਵੀ ਮੀਟਿੰਗ ਹੋਈ ਸੀ, ਉਹ ਪ੍ਰਬੰਧ ਨਹੀਂ ਕੀਤੇ। WHO ਵਾਰ-ਵਾਰ ਕਹਿ ਰਹੀ ਹੈ ਕਿ ਜੀ ਪ੍ਰਬੰਧ ਕਰ ਲਓ, ਪ੍ਰਬੰਧ ਨਹੀਂ ਕੀਤੇ ਕਿਉਂਕਿ ਸਾਰਾ ਕੁਝ ਭੁੱਲ ਭੁਲਾ ਕੇ ਜੀ ਅਸੀਂ ਇਸ ਗੱਲ ਦੇ ਉੱਤੇ ਆ ਗਏ ਜੀ ਤਾਲੀਆਂ ਵਜਾ ਲਓ, ਤਾਲੀਆਂ ਵਜਾ ਲਓ, ਥਾਲੀਆਂ ਵਜਾ ਲਓ, ਥਾਲੀਆਂ ਵਜਾ ਲਓ, ਮੋਮਬੱਤੀਆਂ ਜਗਾ ਲਓ। ਫਿਰ ਜਿਨ੍ਹਾਂ ਨੂੰ ਅਸੀਂ ਆਪਣੇ ਕਰਤੇ ਧਰਤੇ ਮੰਨਦੇ ਆ, ਉਹ ਕਰਤੇ ਧਰਤੇ ਫਿਰ ਇੱਕ ਨਵਾਂ ਕਰ ਰਿਹਾ ਜੀ, ਗੋਬਰ ਇਸਤੇਮਾਲ ਕਰੋ ਜੀ, ਪੋਚਾ ਲਾਓ ਜੀ ਗੋਬਰ ਦਾ, ਗਊ ਮੂਤਰ ਪੀਓ। ਜੇ ਗਊ ਮੂਤਰ ਤੇ ਗੋਬਰ ਦੇ ਨਾਲ ਹੀ, ਗੋਹੇ ਦੇ ਨਾਲ ਹੀ ਕਰੋਨਾ ਦਾ ਇਲਾਜ ਹੁੰਦਾ ਹੋਵੇ ਤੇ ਫਿਰ ਜਿਹੜੇ ਵੱਡੇ ਵੱਡੇ ਹਸਪਤਾਲ, ਐਡੇ ਐਡੇ ਇੰਸਟੀਚਿਊਟ ਬਣਾਏ ਉਹਨਾਂ ਦੀ ਲੋੜ ਹੀ ਨਹੀਂ ਸੀ ਦੁਨੀਆ ਦੇ ਵਿੱਚ, ਉਹਨਾਂ ਨੂੰ ਤਾਂ ਬੰਦ ਕਰ ਦਿਓ। ਜੇ ਤਾਲੀਆਂ ਤੇ ਥਾਲੀਆਂ ਨਾਲ ਗੱਲ ਕਰਨੀ ਹੋਵੇ ਉਹ ਤਾਂ ਫਿਰ ਸਾਰਾ ਕੁਝ ਬੰਦ ਹੋ ਜਾਣਾ। ਇੱਕ ਆਸਟ੍ਰੇਲੀਆ ਦਾ ਅਖਬਾਰ ਹੈ, ਉਹਦੇ ਵਿੱਚ ਕਾਰਟੂਨ ਲੱਗੇ। ਕਾਰਟੂਨ ਜਿਹੜਾ ਹੈਗਾ ਨਾ, ਉਹ ਬਗੈਰ ਬੋਲੇ ਤੋਂ ਬਹੁਤ ਚੀਜ਼ਾਂ ਕਹਿ ਜਾਂਦਾ, ਬਹੁਤ ਕੁਝ ਕਹਿ ਜਾਂਦਾ। ਖਬਰ ਲਿਖਣੀ ਹੋਵੇ ਤਾਂ ਤੁਸੀਂ ਇੱਕ ਪੇਜ ਲਿਖ ਸਕਦੇ ਹੋ, ਲੇਕਿਨ ਇੱਕ ਪੇਜ ਦੀ ਜਿਹੜੀ ਕਾਰਵਾਈ ਆਪਾਂ ਇੰਨਾ ਥਾਂ ਭਰਦੇ ਹਾਂ। ਉਹ ਇੱਕ ਕਾਰਟੂਨ ਹੈ ਜਿਹੜਾ ਕਾਰਟੂਨ, ਉਹ ਸਾਰਾ ਕੁਝ ਹੀ ਦੱਸ ਦਿੰਦਾ ਹੈ। ਉਹਦੇ ਤੇ ਕੀ ਕਹੇ ਜੀ, ਇੱਕ ਦੁਰਬਲ ਹਾਥੀ ਹੈ, ਮਰ ਰਿਹਾ ਹੈ, ਉਹਦੇ ਸੁੰਡ ਦੇ ਉੱਤੇ ਭਾਰਤ ਦਾ ਝੰਡਾ ਲੱਗਿਆ ਹੋਇਆ, ਤੇ ਉਹਦੇ ਉੱਪਰ ਬੈਠਾ ਕੌਣ ਹੈ ਜੀ, ਉਹ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ। ਭਾਰਤ ਦਾ ਝੰਡਾ ਚੱਕਣ ਵਾਲਾ ਹਾਥੀ ਜਿਹੜਾ ਉਹ ਮਰ ਰਿਹਾ ਹੈ, ਤੇ ਮਰ ਰਹੇ ਦੇ ਉੱਤੇ ਪ੍ਰਧਾਨ ਮੰਤਰੀ ਬੈਠੇ। ਮੇਰਾ ਖਿਆਲ ਹੈ ਵੀ ਇਦੋਂ ਵੱਧ ਖਿੱਲੀ ਨਹੀਂ ਉੱਡ ਸਕਦੀ, ਕੀ ਉੱਡ ਸਕਦੀ ਹੈ। ਇਹ ਪਾਕਿਸਤਾਨ ਦੇ ਵਿੱਚ ਇਸ ਵੇਲੇ ਹਾਲਾਤ ਤੁਹਾਨੂੰ ਪਤਾ ਨਾ, ਬੜੇ ਖਰਾਬ ਹੋ ਗਏ ਰਾਜਨੀਤਿਕ ਤੌਰ ਤੇ। ਸਾਡਾ ਜਿਹੜਾ ਜੱਥਾ ਗਿਆ ਸੀ ਇੱਧਰੋਂ, ਉਹ ਜੱਥੇ ਦੇ ਮੈਂਬਰਾਂ ਨੂੰ ਵੀ ਕੁਝ ਘੰਟੇ ਜਿਹੜਾ ਹੈਗਾ ਵਾਘੇ ਦੇ ਬਾਰਡਰ ਤੇ ਰੁਕਣਾ ਪਿਆ ਸੀ, ਬੱਸਾਂ 'ਚ ਬਹਾ ਲਏ ਸੀ, ਬਾਹਰ ਨਹੀਂ ਨਿਕਲ ਦਿੱਤੇ ਸੀ। ਕਾਰਨ ਕੀ ਸੀ? ਕਾਰਨ ਇਹ ਸੀ ਕਿ ਉੱਥੇ ਇੱਕ ਕੱਟੜਪੰਥੀ ਧਾਰਮਿਕ ਆਗੂ ਹੈ ਜੀ ਜੀ, ਉਹਦੀ ਇੱਕ ਜਥੇਬੰਦੀ ਹੈ। ਫਰਾਂਸ ਦੇ ਰਾਜਦੂਤ ਨੇ ਕਿਤੇ ਕੋਈ ਮਾੜੀ ਮੋਟੀ ਕਿੰਤੂ ਪ੍ਰੰਤੂ ਕਰ ਦਿੱਤਾ, ਕਿਉਂਕਿ ਫਰਾਂਸ ਦੇ ਵਿੱਚ ਤੁਹਾਨੂੰ ਪਤਾ ਵੀ ਥੋੜ੍ਹੀ ਜਿਹੀ ਖੁੱਲ੍ਹਦਰੀ ਹੈ। ਹਾਂਜੀ, ਉੱਥੇ ਦਾ ਇੱਕ ਮੈਗਜ਼ੀਨ ਸੀ ਤੇ ਉਹਦੇ ਵਿੱਚ ਵੀ ਇੱਕ ਕਾਰਟੂਨ ਛਪਿਆ ਸੀ। ਉਹ ਕਾਰਟੂਨ ਜਿਹੜਾ ਹੈਗਾ ਹਜ਼ਰਤ ਮੁਹੰਮਦ ਬਾਰੇ ਹੈ ਜੀ। ਉਹ ਤੋਂ ਬਾਅਦ ਉੱਥੇ ਕੀ ਕੁਛ ਹੁੰਦਾ ਰਿਹਾ ਉਹ ਆਪਾਂ ਨੂੰ ਸਾਰਾ ਕੁਛ ਪਤਾ ਹੈ। ਇਵੇਂ ਜਿਵੇਂ ਤੁਹਾਡੇ ਯਾਦ ਹੋਣਾ, ਇੱਕ ਬੀਬੀ ਸੀ ਜਿਹੜੀ ਈਸਾਈ ਸੀ, ਉਹ ਖੇਤਾਂ ਦੇ ਵਿੱਚ ਕੰਮ ਕਰਦੀ ਸੀ, ਮੁਸਲਮਾਨ ਔਰਤਾਂ ਦੇ ਨਾਲ ਸੀ। ਉਹ ਵੀ ਮੁਸਲਮਾਨ ਜੀ, ਮਤਲਬ ਬਾਈ ਬਰਥ ਮੁਸਲਮਾਨ ਸੀ, ਲੇਕਿਨ ਉਹਨੇ ਈਸਾਈ ਧਰਮ ਗ੍ਰਹਿਣ ਕਰ ਲਿਆ ਸੀ। ਉਹਨੂੰ ਕਿਤੇ ਪਾਣੀ ਦੀ ਪਿਆਸ ਲੱਗ ਗਈ, ਉਹ ਕਹਿੰਦੀ ਪਾਣੀ ਪਿਆ ਦੇ, ਕਹਿੰਦੇ ਵੀ ਐਚੋ ਪੀ ਲਾ, ਤੇ ਉਹਨੇ ਵਿਚਾਰੀ ਨੇ ਪਾਣੀ ਉਹ ਤੋਂ ਪੀ ਲਿਆ। ਤੇ ਉਹ ਤੋਂ ਬਾਅਦ ਫਿਰ ਉਹਦੇ ਤੇ ਈਸ਼ ਨਿੰਦਾ ਜੀ ਦਾ ਕੇਸ ਬਣ ਗਿਆ ਸੀ ਤੇ ਉਹਨੂੰ ਉਮਰ ਕੈਦ ਕਰਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਸੀ। ਗਵਰਨਰ ਜਿਹੜਾ ਸੀ ਪ੍ਰੋਗਰੈਸਿਵ ਸੀ, ਤੇ ਗਵਰਨਰ ਦੇ ਕੋਲੇ ਉਹਦੀ ਅਪੀਲ ਚਲੀ ਗਈ ਜੀ। ਗਵਰਨਰ ਨੇ ਫੈਸਲਾ ਕਰਨਾ ਸੀ ਤੇ ਫੈਸਲੇ ਤੋਂ ਪਹਿਲਾਂ ਉਹਨੇ ਕਿਹਾ ਜਾ ਕੇ ਦੇਖੀ ਤਾਂ ਸੀ। ਤੇ ਉਹ ਜਦੋਂ ਜਾ ਕੇ ਉਹਨੂੰ ਬੀਬੀ ਨੂੰ ਮਿਲਣ ਵਾਸਤੇ ਗਿਆ ਤੇ ਉਹਨੂੰ ਬਾਅਦ ਦੇ ਵਿੱਚੋਂ ਬਾਹਰ ਆ ਗਿਆ। ਬਾਹਰ ਉਹਦਾ ਜਿਹੜਾ ਗਨਮੈਨ ਖੜਾ ਸੀ, ਉਹਨੇ ਗੋਲੀਆਂ ਨਾਲ ਉਡਾਤਾ ਸੀ ਗਵਰਨਰ ਨੂੰ, ਬਈ ਜਿਸ ਨੂੰ ਈਸ਼ ਨਿੰਦਾ ਦੇ ਦੋਸ਼ ਦੇ ਵਿੱਚ ਸਜ਼ਾ ਹੋਈ ਵੀ ਹੈ, ਉਹਨੂੰ ਗਵਰਨਰ ਮਿਲਣ ਵਾਸਤੇ ਕਿਉਂ ਗਿਆ। ਹਾਲਾਤ ਮਤਲਬ ਤੁਸੀਂ ਦੇਖੋ ਕਿਹੋ ਜਿਹੇ ਕਿ ਇੱਕ ਮਤਲਬ ਧਾਰਮਿਕ ਆਗੂ ਦੀ ਬਦਨਾਮੀ ਹੋਈ, ਉਹਦੇ ਬਾਰੇ ਕੁਛ ਮਾੜੇ ਮੋਟੇ ਅਪਸ਼ਬਦ ਕਹਿ ਦਿੱਤੇ, ਕਿਸੇ ਨੇ ਕਾਰਟੂਨ ਬਣਾਤਾ, ਤੇ ਉਸ ਕਾਰਟੂਨ ਦੇ ਹੁੰਦਿਆਂ ਹੋਇਆਂ ਫਰਾਂਸ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਬੰਦੇ ਮਾਰੇ ਗਏ, ਕਿੰਨੇ ਪੱਤਰਕਾਰ ਮਾਰੇ ਗਏ ਹੈ। ਬੁਰਾ ਹਾਲ ਬੈਂਕੇ ਦੇ ਸਾਡੇ ਇੱਥੇ ਤੁਹਾਡਾ ਗਵਰਨਰ ਮਾਰਿਆ ਗਿਆ ਸੀ। ਤੇ ਹੁਣ ਜਦੋਂ ਫਰਾਂਸ ਦੇ ਰਾਜਦੂਤ ਨੇ ਕੋਈ ਸ਼ਬਦ ਇਸਤੇਮਾਲ ਕੀਤੇ ਸੀ ਤੇ ਉਹਦੇ ਖਿਲਾਫ ਕਿ ਫਰਾਂਸ ਦੇ ਰਾਜਦੂਤ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜਿਹੜੇ ਕੱਟੜਪੰਥੀ ਸੀ ਉਹਨਾਂ ਨੇ ਧਰਤੀ ਹੈ ਜਿਹੜੀ ਉਹ ਅਸਮਾਨ ਤੇ ਚੁੱਕ ਲਈ ਸੀ। ਬਾਅਦ ਦੇ ਵਿੱਚ ਇਮਰਾਨ ਖਾਨ ਨੂੰ ਸਰੈਂਡਰ ਕਰਨਾ ਪਿਆ ਇਹਦੇ ਨਾਲ ਉਹਦੇ ਸਾਹਮਣੇ,
ਕਿ ਕੋਈ ਗੱਲ ਨਹੀਂ ਜੀ, ਅਸੀਂ ਫਰਾਂਸ ਦੇ ਰਾਜਦੂਤ ਨੂੰ ਕਹਿ ਦਾਂਗੇ, ਫਰਾਂਸ ਦੀ ਸਰਕਾਰ ਨੂੰ ਕਹਿ ਲਾਂਗੇ ਵੀ ਕਿ ਤੁਸੀਂ ਇਹਨੂੰ ਵਾਪਸ ਬੁਲਾ ਲਓ ਅਤੇ ਤੁਸੀਂ ਥੋੜ੍ਹੇ ਜਿਹੇ ਸ਼ਾਂਤ ਹੋ ਜਾਓ, ਠੰਡੇ ਹੋ ਜਾਓ। ਹੁਣ ਭਾਰਤ ਦੇ ਪ੍ਰਧਾਨ ਮੰਤਰੀ ਦੀ ਤੁਲਨਾ ਇੱਕ ਮਰੇ ਹੋਏ ਆਪਣੇ ਮਰ ਰਹੇ ਹਾਥੀ ਦੇ ਸਵਾਰ ਨਾਲ ਕਰਨਾ, ਅਤੇ ਭਾਰਤ ਦੇ ਜਿਹੜਾ ਕੌਮੀ ਝੰਡਾ ਹੈ ਉਸ ਕੌਮੀ ਝੰਡੇ ਦੀ ਜਾਂ ਭਾਰਤ ਦੇ ਨਕਸ਼ੇ ਦੀ ਜਿਹੜੀ ਹੈਗੀ ਖਿੱਲੀ ਉਡਾਉਣੀ, ਇਹ ਆਪਣੇ ਆਪ ਦੇ ਵਿੱਚ ਛੋਟੀ ਗੱਲ ਨਹੀਂ। ਪਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਇਹਦੇ ਲਈ ਜ਼ਿੰਮੇਵਾਰ ਅਸੀਂ ਬਾਹਰਲੇ ਲੋਕਾਂ ਨੂੰ ਨਹੀਂ ਕਹਿ ਸਕਦੇ, ਕਾਰਟੂਨਿਸਟਾਂ ਨੂੰ ਜਾਂ ਪੱਤਰਕਾਰਾਂ ਨੂੰ ਨਹੀਂ ਕਹਿ ਸਕਦੇ, ਅਸੀਂ ਆਪ ਹਾਂ ਖੁਦ ਹਾਂ, ਕਿਉਂਕਿ ਅਸੀਂ ਪ੍ਰਬੰਧ ਕੀਤੇ ਨਹੀਂ, ਸਾਡੇ ਲੋਕ ਮਰ ਰਹੇ। ਔਰ ਇਹਨਾਂ ਮਰਦੇ ਲੋਕਾਂ ਦੇ ਉੱਤੇ ਹੁਣ ਅਸੀਂ ਕਹਿ ਰਹੇ ਹਾਂ ਜੀ ਘਰਾਂ ਦੇ ਵਿੱਚ ਵੀ ਤੁਸੀਂ ਮਾਸਕ ਲਾ ਲਓ। ਅਤੇ ਜਿਹੜੇ ਸਾਡੇ ਪ੍ਰੇਰਨਾ ਸਰੋਤ ਤਾਂ ਇੱਕੋ ਗੱਲ ਦੇ ਉੱਤੇ ਲੱਗੇ ਹੋਏ ਆ ਜੀ, ਬਸ ਜਿਹੜਾ ਅਸੀਂ ਕਹਿਤਾ ਉਸ ਠੀਕ, ਬਾਕੀ ਸਭ ਗਲਤ ਜੀ। ਬਿਲਕੁਲ ਢਿੱਲੋਂ ਸਾਹਿਬ, ਜੇ ਤੁਸੀਂ ਗੱਲ ਕੀਤੀ ਹੈ, ਦੇਖੋ ਜੇ ਆਪ ਨੂੰ ਲੋੜ ਹੈ ਤਾਂ ਤੁਸੀਂ ਅਫਗਾਨਿਸਤਾਨ ਤੋਂ ਦੇ ਲਾਹੌਰ ਜਹਾਜ਼ ਲਾ ਲੈਂਦੇ ਹੋ, ਇਸਲਾਮਾਬਾਦ ਜਹਾਜ਼ ਲਾ ਲੈਂਦੇ ਹੋ। ਪੰਜਾਬ ਤਰਾ ਹੋਈ ਪਈ ਹੈ, 2 ਦਿਨ ਹੋ ਗਏ ਪਾਕਿਸਤਾਨ ਨੇ ਪੇਸ਼ਕਸ਼ ਕੀਤੀ ਨੂੰ, ਭਾਈ ਅਸੀਂ ਸਾਜੋ ਸਮਾਨ ਆਕਸੀਜਨ ਜੋ ਚਾਹੀਦਾ ਸਾਡੇ ਤੋਂ ਲੈ ਲਓ, ਕੰਨ 'ਤੇ ਜੂੰ ਨਹੀਂ ਸਰਕ ਲੈਣੀ ਰਹੀ। ਪੰਜਾਬ ਸੁਨੀਲ ਜਾਖੜ ਦੇ ਕਿੱਡਾ ਵੱਡਾ ਬਿਆਨ ਦਿੱਤਾ ਇਸ 'ਤੇ, ਕਹਿੰਦਾ ਜੀ ਸਾਨੂੰ ਪਾਕਿਸਤਾਨ ਤੋਂ ਲੈ ਲੈਣ ਦਿਓ, ਤੁਹਾਡੇ ਤੋਂ ਨਹੀਂ ਦਿੱਤੀ ਜਾਂਦੀ। ਸੁਨੀਲ ਜਾਖੜ ਤੋਂ ਇਲਾਵਾ ਜਿਹੜੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਹੈ ਗੁਰਜੀਤ ਸਿੰਘ ਔਜਲਾ ਜੀ, ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ, ਔਰ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਕੀ ਕਿਹਾ? ਪਾਕਿਸਤਾਨ ਨੇ ਸਾਨੂੰ ਪੇਸ਼ਕਸ਼ ਕੀਤੀ ਹੈ ਕਿ ਅਸੀਂ ਜੋ ਮਦਦ ਕਰ ਸਕਦੇ ਹਾਂ, ਹਾਲਾਂਕਿ ਪਾਕਿਸਤਾਨ ਵੀ ਇਸ ਬਿਮਾਰੀ ਦਾ ਭੰਨਿਆ ਪਿਆ, ਉਹ ਵੀ ਚੰਬਿਆ ਹੋਇਆ। ਉਹਨੇ ਕਿਹਾ ਜੀ ਅਸੀਂ ਜੋ ਸਾਨੂੰ ਮਦਦ ਚਾਹੀਦੀ ਹੈ ਅਸੀਂ ਤੁਹਾਨੂੰ ਮਦਦ ਦੇਣ ਨੂੰ ਤਿਆਰ ਹਾਂ। ਅਗਲੀ ਗੱਲ ਉਹਨੇ ਕਹੀ ਹੈ ਕਿ ਦੋਨਾਂ ਦੇਸ਼ਾਂ ਦੇ ਦਰਮਿਆਨ ਜਿਹੜੀ ਹੈ ਮਿਲਵਰਤਨ ਚਾਹੀਦੀ ਹੈ, ਕੋਆਪਰੇਸ਼ਨ ਚਾਹੀਦੀ ਹੈ, ਕਿਉਂਕਿ ਸਾਨੂੰ ਏਸ਼ੀਆ ਦੇ ਇਹ ਦੋਨੇ ਦੇਸ਼ ਹੈ ਜਿਹੜੇ ਉਹ ਇਸ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਜੀ। ਵੈਸੇ ਤੁਸੀਂ ਪਾਕਿਸਤਾਨ ਕਹਿ ਲਓ, ਮੈਂ ਇਹਨੂੰ ਪਾਕਿਸਤਾਨ ਨਹੀਂ ਮੰਨਦਾ, ਇਹ ਤਾਂ ਇੱਕ ਆਰਜੀ ਲਕੀਰ ਹੈ ਜੀ। ਆਰਜੀ ਲਕੀਰ ਅੰਗਰੇਜ਼ਾਂ ਨੇ ਜਾਣ ਵੇਲੇ ਸਾਡੇ 'ਚ ਕੱਢਤੀ ਵੀ ਇਹ ਆਪਸ ਵਿੱਚ ਲੜਦੇ ਰਹਿਣ, 2 ਦੇਸ਼ ਬਣਾ ਦਿੱਤੇ। ਔਰ 2 ਦੇਸ਼ ਜਦੋਂ ਬਣਾਏ, ਆਮ ਤੌਰ 'ਤੇ ਆਪਾਂ ਦੇਖਦੇ ਹੁੰਦੇ ਕਿ ਜ਼ਮੀਨਾਂ ਵੰਡੀਆਂ ਜਾਂਦੀਆਂ, ਧਰਤੀ ਵੰਡੀ ਜਾਂਦੀ ਹੈ, ਕਦੇ ਆਬਾਦੀ ਨਹੀਂ ਵੰਡੀ ਜਾਂਦੀ। ਇੱਥੇ ਆਬਾਦੀ ਵੀ ਤਬਦੀਲ ਹੋਈ ਸੀ, ਅਤੇ 10 ਲੱਖ ਲੋਕ ਤਾਂ ਇਕੱਲੇ ਪੰਜਾਬ ਦੇ ਮਾਰੇ ਗਏ ਸੀ। ਉਜਾੜਾ ਕਿੰਨਾ ਕੁ ਹੋਇਆ, ਉਹ ਅੱਜ ਤੱਕ ਜਿਹੜੇ ਲੋਕ ਉਜੜ ਕੇ ਆਏ ਆ ਉਹਨਾਂ ਦਾ ਉਜਾੜਾ ਆਪਾਂ ਨੂੰ ਦਿਖਦਾ ਹੈ। ਪਰ ਇਹਦੇ ਬਾਵਜੂਦ ਵੀ ਜੇ ਅਸੀਂ ਪੀਸਫੁਲ ਕੋਐਕਸਿਸਟੈਂਸ, ਸ਼ਾਂਤਮਈ ਸਹਿਹੋਂਦ ਦੇ ਨਾਲ ਇੱਕ ਦੂਜੇ ਦੇ ਨਾਲ ਰਹਿ ਸਕਦੇ ਹਾਂ, ਸਾਨੂੰ ਰਹਿਣਾ ਚਾਹੀਦਾ ਹੈ। ਕਿਉਂਕਿ ਜਿੰਨਾ ਪੈਸਾ ਅਸੀਂ ਹਥਿਆਰਾਂ 'ਤੇ ਲਾ ਰਹੇ ਹਾਂ ਦੋਵੇਂ ਤਰ੍ਹਾਂ, ਉਨੇ ਪੈਸੇ ਦੇ ਨਾਲ ਇਸ ਦੇਸ਼ ਦੇ ਵਿੱਚੋਂ, ਦੋਨਾਂ ਦੇਸ਼ਾਂ ਦੇ ਵਿੱਚੋਂ ਅਨਪੜ੍ਹਤਾ ਵੀ ਖਤਮ ਹੋ ਸਕਦੀ ਹੈ ਅਤੇ ਭੁੱਖਮਰੀ ਵੀ ਖਤਮ ਹੋ ਸਕਦੀ ਹੈ। ਕਿਸੇ ਹੱਦ ਤੱਕ ਗਰੀਬੀ ਨੂੰ ਵੀ ਠੱਲ ਪਾਈ ਜਾ ਸਕਦੀ ਹੈ, ਕਿਉਂਕਿ ਲੱਖਾਂ ਅਰਬਾਂ ਕਰੋੜਾਂ ਰੁਪਏ ਦਾ ਅਸੀਂ ਹਰ ਸਾਲ ਅਸਲਾ ਖਰੀਦਦੇ ਹਾਂ, ਅਤੇ ਅਸਲਾ ਖਰੀਦਦੇ ਕੀ ਤੋਂ ਦੋਨੇ ਇੱਕੋ ਜਿਹੇ ਦੇਸ਼ਾਂ ਤੋਂ ਖਰੀਦਦੇ ਜੀ, ਵਿਕਸਿਤ ਦੇਸ਼ਾਂ ਤੋਂ ਖਰੀਦਦੇ। ਉਹਨਾਂ ਨੇ ਸਾਨੂੰ ਵੀ ਵੇਚਣਾ ਅਤੇ ਉਹਨਾਂ ਨੂੰ ਵੀ ਵੇਚਣਾ, ਜਿਨ੍ਹਾਂ ਲੋਕਾਂ ਨੇ ਇਹਦੇ ਵਿੱਚੋਂ ਕੋ ਆਰਜੀ ਲਕੀਰ ਪਾਈ ਹੋਈ ਸੀ। ਉਸ ਆਰਜੀ ਲਕੀਰ ਨੂੰ ਬੰਦਿਆਂ ਦੇ ਉੱਤੇ ਤਾਂ ਲਾਗੂ ਹੁੰਦੀ ਹੈ, ਲੇਕਿਨ ਪੰਛੀਆਂ 'ਤੇ ਲਾਗੂ ਨਹੀਂ ਹੁੰਦੀ। ਪੰਛੀ ਜਿਹੜੇ ਉਡਾਰੀ ਉੱਧਰੋਂ ਮਾਰਦੇ ਇੱਧਰ ਨੂੰ ਆ ਜਾਂਦੇ, ਅਤੇ ਇੱਧਰੋਂ ਮਾਰਦੇ ਆਪਾਂ ਉੱਧਰ ਨੂੰ ਚਲੇ ਜਾਂਦੇ। ਉਹ ਪਾਕਿਸਤਾਨ ਸਾਥੋਂ ਛੋਟਾ ਹੈ ਕਿਉਂਕਿ ਉਹ ਬਾਅਦ ਦੇ ਵਿੱਚ ਪੈਦਾ ਹੋਇਆ, ਅਸੀਂ ਵੱਡੇ ਹਾਂ, ਭਾਰਤ ਦੇ ਵਿੱਚੋਂ ਹੀ ਨਿਕਲਿਆ ਹੋਇਆ। ਅਤੇ ਜਦੋਂ ਵੀ ਭਾਰਤ ਦੇ ਲੋਕ ਪਾਕਿਸਤਾਨ ਦੇ ਵਿੱਚ ਜਾਂਦੇ ਆ, ਉਹ ਕਿਵੇਂ ਹੱਥਾਂ 'ਤੇ ਚੁੱਕਦੇ ਆ, ਕਿੰਨੀ ਵੱਡੀ ਉਹ ਇੱਜ਼ਤ ਮਾਣ ਦਿੰਦੇ ਆ। ਮੈਂ ਵੀ ਪਾਕਿਸਤਾਨ ਜਾ ਕੇ ਆਏ ਹਾਂ, ਜੇ ਕਿਤੇ ਸਟਾਲ ਦੇ ਉੱਤੇ ਚਾਹ ਪੀਣ ਲੱਗ ਜਾਂਦੇ, ਕੁਛ ਮਾੜਾ ਮੋਟਾ ਖਾ ਪੀ ਲੈਂਦੇ, ਤਾਂ ਉੱਥੋਂ ਪੈਸੇ ਨਹੀਂ ਲੈਂਦੇ। ਉਹ ਕਹਿੰਦੇ ਯਾਰ ਤੁਸੀਂ ਸਾਡੇ ਭਰਾ ਹੋ, ਅਸੀਂ ਤੋਂ ਕਿਉਂ ਲਈਏ? ਮਤਲਬ ਇੰਨਾ ਜਿੱਥੇ ਮਤਲਬ ਲੋਕਾਂ ਦੇ ਵਿੱਚ ਤਾਂ ਕੋਈ ਹੈ ਨਹੀਂ ਭਾਵਨਾ, ਬੈਰ ਭਾਵਨਾ ਹੈ ਨਹੀਂ, ਲੇਕਿਨ ਸਿਆਸਤਦਾਨਾਂ ਦੇ ਵਿੱਚ ਅਤੇ ਹਾਕਮਾਂ ਦੇ ਵਿੱਚ ਹੈ। ਜੇ ਉਹ ਮੈਨੂੰ ਲੱਗਦਾ ਹੋਰ ਢੰਗ ਦੀ ਹੈ, ਉਹ ਲੋਕਾਂ ਨੂੰ ਦਿਖਾਉਣ ਦੇ ਲਈ ਪੈਸੇ ਬਣਦੇ ਹੁਣ ਤਾਂ ਫੇਰ ਨਹੀਂ, ਦਿਖਾਉਣ ਵਾਸਤੇ ਹੀ ਹੈ ਨਾ। ਹੁਣ ਤੁਸੀਂ ਦੇਖੋ ਕਈ ਵਾਰੀ ਖਬਰਾਂ ਆ ਜਾਂਦੀਆਂ, ਤੁਸੀਂ ਜ਼ਿਕਰ ਕੀਤੀ ਕਿ ਅਫਗਾਨਿਸਤਾਨ ਤੋਂ ਆਉਂਦਿਆਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਆਪਣਾ ਜਹਾਜ਼ ਲਾ ਲਿਆ ਸੀ, ਨਵਾਜ਼ ਸ਼ਰੀਫ ਦੇ ਘਰੇ ਮਿਲਣ ਵਾਸਤੇ ਚਲੇ ਗਏ ਸੀ, ਸ਼ਾਇਦ ਕੋਈ ਖੁਸ਼ੀ ਦਾ ਮੌਕਾ ਸੀ, ਉਹਨਾਂ ਦਾ ਬਰਥਡੇ ਸ਼ਗਨੀ ਦੇ ਆਈਏ, ਉਸ ਪਾਸੇ ਨੂੰ ਚੱਲ ਪਏ ਸੀ। ਅਤੇ ਨਾਲ ਜਿਹੜਾ ਅਮਲਾ ਫੈਲਾ ਸੀ, ਪ੍ਰਧਾਨ ਮੰਤਰੀ ਦਾ ਚਲੋ ਇੱਕ ਡਿਪਲੋਮੈਟਿਕ ਪ੍ਰੋਟੋਕੋਲ ਆ, ਉਹਦੇ ਮੁਤਾਬਕ ਉਹਨਾਂ ਨੂੰ ਛੋਟ ਹੁੰਦੀ ਹੈ। ਜਿਹੜਾ ਅਮਲਾ ਫੈਲਾ ਸੀ, ਅਮਲਾ ਫੈਲਾ ਤਾਂ ਬਗੈਰ ਵੀਜ਼ੇ ਤੋਂ ਉਤਰ ਗਿਆ ਸੀ। ਹਾਂ ਬਿਲਕੁਲ, ਉਹ ਕਿੰਨੀ ਵੱਡੀ ਉਲੰਘਣਾ ਹੋਈ ਸੀ, ਉਹ ਆਪਣੀ ਥਾਂ 'ਤੇ। ਇੱਕ ਹੋਰ ਤੁਸੀਂ ਦੇਖਿਆ ਹੋਣਾ, ਪਿਛਲੇ ਦਿਨਾਂ ਦੇ ਵਿੱਚ ਕੁਛ ਕਿਤਾਬਾਂ ਆਈਆਂ, ਸਾਡੇ ਇੱਕ AS ਦੁਲਟ ਹੈ, ਉਹ ਵੀ ਕਿਸੇ ਜ਼ਮਾਨੇ ਦੇ ਵਿੱਚ ਐਡਵਾਈਜ਼ਰ ਰਹੇ ਹੈ ਪ੍ਰਾਈਮ ਮਿਨਿਸਟਰ ਦੇ, ਔਰ ਉਹ ਵੀ ਕਿਸੇ ਖੁਫੀਆ ਏਜੰਸੀ ਦੇ ਮੁਖੀ ਰਹੇ। ਉਹਨਾਂ ਨੇ ਇੱਕ ਜਿਹੜੀ ਕਿਤਾਬ ਲਿਖੀ ਹੈ, ਅਤੇ ਉਹ ਕਿਤਾਬ ਜਿਹੜੀ ਹੈਗੀ ਉਹਦੇ ਵਿੱਚ ਇੱਕ ਜਿਹੜਾ ਹੈਗਾ ਉਹਨਾਂ ਦਾ ਸਹਿਯੋਗੀ ਉਹ ਪਾਕਿਸਤਾਨੀ ਵੀ ਹੈ। ਹੁਣ ਵੀ ਆਪਾਂ ਖਬਰਾਂ ਕਈ ਵਾਰੀ ਦੇਖ ਲੈਂਦੇ ਹਾਂ, ਕਦੇ ਕਦੇ ਆ ਜਾਂਦੇ ਕਿ ਪਾਕਿਸਤਾਨ ਦਾ ਜਿਹੜਾ ਸੁਰੱਖਿਆ ਸਲਾਹਕਾਰ ਹੈ, ਉਹਦੇ ਮੁੰਡੇ ਨੂੰ ਕੋਈ ਪ੍ਰੋਬਲਮ ਪੈ ਗਈ ਇੱਧਰਲੇ ਪਾਸੇ ਏਸ਼ੀਆ ਦੇ ਕਿਸੇ ਦੇਸ਼ ਦੇ ਵਿੱਚ ਹੀ, ਅਤੇ ਮਦਦ ਵਾਸਤੇ
ਉਹਨੇ ਕਿਹਨੂੰ ਅਪਰੋਚ ਕੀਤਾ? ਅਜੀਤ ਦੋਵਾਲ ਨੂੰ। ਦੱਸੋ। ਤੇ ਅਜੀਤ ਦੋਵਾਲ ਨੇ ਮਦਦ ਕੀਤੀ ਉਹਦੀ। ਕੀਤੀ। ਮਤਲਬ ਹੈ ਵੀ ਉਹਨਾਂ ਦੇ ਆਪਸੀ ਸੰਬੰਧ ਤਾਂ ਹੈ, ਲੇਕਿਨ ਜੇ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਤੇ ਫੇਰ ਵਿਚਾਲੇ ਮਤਲਬ ਦੁਸ਼ਮਣੀ ਨਹੀਂ। ਹੁਣ ਕ੍ਰਿਕਟ ਖੇਡਣੀ ਹੈ ਕਿਉਂਕਿ ਮੰਤਰੀਆਂ ਦੇ ਪੁੱਤ IPL ਦੇ ਚੇਅਰਮੈਨ ਹੈ, ਮੈਂਬਰ ਨੇ, ਹੈ ਜੀ, ਪੈਸਾ ਉਹਨਾਂ ਨੂੰ ਆਉਣਾ ਤੇ ਉਹ ਵੀ ਚੱਲ ਰਿਹਾ। ਹੁਣ ਇਹੀ ਚੀਜ਼ ਹੈ ਨਾ ਕਿ ਪਾਕਿਸਤਾਨ ਨੇ ਜਦੋਂ ਪੇਸ਼ਕਸ਼ ਕਰਤੀ, ਇਸ ਵੇਲੇ ਭਾਰਤ ਨੂੰ ਸਭ ਤੋਂ ਵੱਡੀ ਲੋੜ ਕਿਹਦੀ ਹੈ? ਸਭ ਤੋਂ ਵੱਡੀ ਲੋੜ ਆਕਸੀਜਨ ਦੀ ਹੈ। ਪੰਜਾਬ ਵਾਸਤੇ ਅਸੀਂ ਦੇਖੀਏ, ਹਰਿਆਣੇ ਵਾਸਤੇ ਅਸੀਂ ਦੇਖੀਏ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਵਾਸਤੇ ਦੇਖੀਏ, ਤੇ ਇਹਨਾਂ ਵਾਸਤੇ ਆਕਸੀਜਨ ਲਈ ਸਭ ਤੋਂ ਜਿਹੜਾ ਹੈਗਾ ਨੇੜਲਾ ਸੈਂਟਰ ਕਿਹੜਾ ਜੀ? ਉਹ ਪਾਣੀਪਤ ਹੈ। ਪਾਣੀਪਤ ਮੇਰਾ ਖਿਆਲ ਹੈ ਜੇ ਆਪਾਂ ਇੱਥੋਂ ਲਾਈਏ ਤੇ 350 ਕਿਲੋਮੀਟਰ 7 ਘੰਟੇ ਦਾ 8 ਦਾ ਬਣ ਜਾਂਦਾ ਟੈਂਕਰ ਤੇ। ਹਾਂ, ਤੇ ਜੇ ਆਪਾਂ ਅੰਮ੍ਰਿਤਸਰ ਨਾਲ ਮੇਰੇ ਖਿਆਲ ਇੰਨਾ ਕੀ ਅੰਮ੍ਰਿਤਸਰ ਵਾਲੇ ਪਾਸੇ ਹੋਊਗਾ, ਇੰਨਾ ਕੀ ਉਧਰੋਂ ਹੈ ਜੀ। ਔਰ ਜੇ ਇਹੀ ਗੈਸ ਅਸੀਂ ਪਾਕਿਸਤਾਨ ਤੋਂ ਲੈਣੀ ਹੋਵੇ, 2 ਘੰਟੇ ਚ ਆਉਂਦੀ। ਲਾਹੌਰ ਦੇ ਵਿੱਚ ਅਵੇਲੇਬਲ ਹੈ ਨਾ ਜੀ 50 ਮਿੰਟਾਂ 'ਚ। ਹਾਂ, 50 ਮਿੰਟਾਂ 'ਚ ਅੰਮ੍ਰਿਤਸਰ ਹੈ। ਲਾਹੌਰ 'ਚੋਂ ਮਤਲਬ ਜਿਹੜੀ ਅੰਮ੍ਰਿਤਸਰ 50 ਮਿੰਟਾਂ ਦਾ ਰਾਹ ਹੈ, 50 ਮਿੰਟਾਂ ਦੇ ਵਿੱਚ ਉੱਥੇ ਆ ਸਕਦੀ। ਤੇ 50 ਮਿੰਟਾਂ ਦੀ ਦੇਰੀ ਦੇ ਨਾਲ ਕਿੰਨੇ ਲੋਕ ਮਰ ਜਾਂਦੇ? ਜੇ 50 ਮਿੰਟ ਪਹਿਲਾਂ ਆ ਜਾਏ ਤੇ ਉਹਦੇ ਨਾਲ ਕਿੰਨੇ ਲੋਕ ਬਚ ਸਕਦੇ? ਜਿਹੜੀ ਇਹ ਪੇਸ਼ਕਸ਼ ਕੀਤੀ ਹੈ, ਇਸ ਪੇਸ਼ਕਸ਼ ਨੂੰ ਮੰਨ ਲੈਣਾ ਚਾਹੀਦਾ। ਉਹ ਮਿਸਟਰ ਗੁਰਜੀਤ ਸਿੰਘ ਔਜਲਾ ਨੇ ਪ੍ਰਧਾਨ ਮੰਤਰੀ ਨੂੰ ਇਹੀ ਬੇਨਤੀ ਕੀਤੀ ਹੈ ਕਿ ਸ਼੍ਰੀਮਾਨ ਜੀ, ਮੇਰੀ ਕੰਸਟੀਚੂਐਂਸੀ ਦਾ ਹੈੱਡਕੁਆਟਰ ਲਾਹੌਰ ਤੋਂ ਸਿਰਫ 50 ਮਿੰਟਾਂ ਦਾ ਰਸਤਾ ਹੈ, ਕਿਰਪਾ ਕਰਕੇ ਤੁਸੀਂ ਉਹਨਾਂ ਦੀ ਇਹ ਪੇਸ਼ਕਸ਼ ਮੰਨ ਲਓ। ਹੁਣ ਤੁਸੀਂ ਇਹ ਦੇਖੋ, ਜੰਮੂ ਕਸ਼ਮੀਰ ਦਾ ਬਾਰਡਰ ਨਾਲ ਲੱਗਦਾ ਹੈ। ਜੇ ਜੰਮੂ ਕਸ਼ਮੀਰ ਦੇ ਰਾਹੀਂ ਉਹ ਆਉਂਦੀ ਹੈ ਤਾਂ ਉਹਦਾ ਕੀ ਹੈ? ਹਿਮਾਚਲ ਪ੍ਰਦੇਸ਼ ਨੂੰ ਵੀ ਫਾਇਦਾ ਹੈ। ਜੇ ਅਸੀਂ ਦੇਖੀਏ ਗੁਜਰਾਤ ਵਾਲੇ ਪਾਸੇ ਵੀ, ਉਧਰ ਵੀ ਆਉਂਦਾ ਹੈ। ਜੇ ਅਸੀਂ ਦੇਖੀਏ ਰਾਜਸਥਾਨ ਵਾਲੇ ਪਾਸੇ, ਤਾਂ ਰੇਲ ਗੱਡੀਆਂ ਜਾਂਦੀਆਂ ਪਾਕਿਸਤਾਨ, 2 ਥਾਵਾਂ ਤੇ ਰੇਲ ਗੱਡੀਆਂ। ਹੁਣ ਜੇ ਤੁਸੀਂ ਪੰਜਾਬ ਦੇ ਬਾਰਡਰ ਦੇਖੋ, ਪੰਜਾਬ ਦਾ ਬਾਰਡਰ ਹੁਸੈਨੀ ਵਾਲਾ ਹੋ ਗਿਆ, ਫਾਜ਼ਿਲਕਾ ਹੋ ਗਿਆ, ਔਰ ਅਟਾਰੀ ਹੋ ਗਿਆ। ਤਿੰਨ ਬਾਰਡਰ ਤਾਂ ਇੱਥੇ ਖੁੱਲਦੇ ਆ। ਤੇ ਮੈਨੂੰ ਕਸ਼ਮੀਰ ਦਾ ਨਹੀਂ ਪਤਾ ਵੀ ਉੱਥੇ ਇੱਕ ਖੁੱਲਦਾ ਕਿ 2 ਖੁੱਲਦੇ। ਉੱਤੇ ਜਾ ਕੇ 2 ਖੁੱਲ ਜਾਂਦੇ, ਉੱਤੇ ਜਾ ਕੇ 2 ਖੁੱਲਦੇ। ਤੇ ਸਾਡਾ ਜਿਹੜਾ ਹੈਗਾ ਕਸ਼ਮੀਰ 'ਚ 2 ਖੁੱਲਦੇ, ਜੰਮੂ 'ਚ ਨਹੀਂ ਖੁੱਲਦਾ। ਹੁਸੈਨੀ ਵਾਲਾ ਬਾਰਡਰ ਤਾਂ ਵੈਸੇ ਟ੍ਰੇਡ ਲਈ ਖੁੱਲਾ ਹੈ। ਇਹ ਮਤਲਬ ਹੁਣੇ ਬੰਦ ਕੀਤਾ। ਇੱਕੋ ਹੀ ਪੋਰਟ ਆ ਨਾ, ਲੈਂਡ ਪੋਰਟ ਤਾਂ ਪੰਜਾਬ ਦੇ ਵਿੱਚ ਤਾਂ ਇਹੀ ਹੋ ਗਿਆ ਨਾ, ਉਹ ਤਾਂ ਕਸ਼ਮੀਰੀਆਂ ਲਈ ਆ। ਉਹ ਕਸ਼ਮੀਰੀਆਂ ਲਈ ਆ। ਹਾਂ, ਜੇ ਆਪਾਂ ਦੇਖੀਏ ਤਾਂ ਉਹਨੂੰ ਵਰਤਿਆ ਜਾ ਸਕਦਾ, ਫਾਜ਼ਿਲਕਾ ਵਾਲੇ ਨੂੰ ਵੀ ਵਰਤਿਆ ਜਾ ਸਕਦਾ, ਕੋਈ ਪ੍ਰੋਬਲਮ ਨਹੀਂ ਹੈ। ਇਹੋ ਜਿਹੇ ਕੰਮ ਲਈ ਕਾਹਦੀ ਪ੍ਰੋਬਲਮ? ਇਹਦੇ ਲਈ ਜੇ ਅਸੀਂ ਜਹਾਜ਼ ਭੇਜੀ ਜਾਂਦੇ ਦੁਬਈ ਖਾਲੀ ਕੰਟੇਨਰ ਲੈਣ ਘੰਟਾ ਨਾ, ਅੱਜ ਤਾਂ ਆਸਟ੍ਰੇਲੀਆ ਦੇ ਵਿੱਚ ਅਸੀਂ ਆਪਣਾ ਪਤਾ ਨਹੀਂ ਮੁਸਾਫਰ ਲੈਣ ਭੇਜਤਾ ਸੀ ਜਹਾਜ਼। ਉਹਦਾ ਜਿਹੜਾ ਸੀ ਪਾਇਲਟ ਤੇ ਕਰੂ ਮੈਂਬਰ, ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਕਰੋਨਾ ਹੋਇਆ ਸੀ, ਉਹਨਾਂ ਨੇ ਉੱਥੋਂ ਵਾਪਸੀ ਭੇਜਤਾ ਖਾਲੀ। ਅੱਛਾ, ਵੀ ਜਾਓ ਲੈ ਜਾਓ, ਸਾਨੂੰ ਨਹੀਂ ਚਾਹੀਦਾ। ਔਰ 15 ਮਈ ਤੱਕ ਉਹਨਾਂ ਨੇ ਪਾਬੰਦੀ ਲਾਤੀ ਹੈ। ਅੱਛਾ, ਆਸਟ੍ਰੇਲੀਆ ਨੇ ਵੀ ਲਾਤੀ ਪਾਬੰਦੀ ਕਿ 15 ਮਈ ਤੱਕ ਕਿਰਪਾ ਕਰਕੇ ਇੱਧਰ ਨੂੰ ਨਾ ਆਓ। ਔਰ ਇਸੇ ਤਰ੍ਹਾਂ ਜੇ ਆਪਾਂ ਦੇਖੀਏ ਤਾਂ ਹੋਰ ਵੀ ਦੇਸ਼ਾਂ ਤੋਂ ਪੇਸ਼ਕਸ਼ ਆਈ ਹੈ। ਚਾਈਨਾ ਦੇ ਨਾਲ ਹਾਲਾਂਕਿ ਸਾਡਾ ਗਲਵਾਨ ਘਾਟੀ ਦੇ ਵਿੱਚ ਕਿੱਡਾ ਵੱਡਾ ਸੰਘਰਸ਼ ਹੋ ਕੇ ਹਟਿਆ। ਪ੍ਰਧਾਨ ਮੰਤਰੀ ਤਾਂ ਕਹਿੰਦੇ ਸਾਡੀ ਤਾਂ ਉਹਨਾਂ ਨੇ ਜ਼ਮੀਨ ਦੱਬੀ ਨਹੀਂ। ਚਾਈਨਾ ਨੇ ਵੀ ਪੇਸ਼ਕਸ਼ ਕੀਤੀ ਹੈ ਵੀ ਸਾਥ ਲਓ। ਜਿਹੜੇ ਤੁਹਾਡੇ ਜੋ ਬਾਈਡਨ ਸਾਹਿਬ ਹੈ, ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਹੈ। ਕਹਿੰਦੇ ਮੁਸੀਬਤ ਵੇਲੇ ਭਾਰਤ ਸਾਡੇ ਕੰਮ ਆਇਆ, ਕਿਉਂਕਿ ਉਦੋਂ ਟਰੰਪ ਸਾਹਿਬ ਸੀ। ਹੁਣ ਭਾਰਤ ਦੇ ਉੱਤੇ ਮੁਸੀਬਤ ਹੈ ਤੇ ਸਾਡੀ ਡਿਊਟੀ ਬਣਦੀ ਹੈ ਅਸੀਂ ਉਹਨਾਂ ਦੇ ਕੰਮ ਕਰੀਏ। ਇੱਦਾਂ ਹੀ ਜੇ ਅਸੀਂ ਦੇਖੀਏ ਤਾਂ ਇੰਗਲੈਂਡ ਤੋਂ ਵੀ ਮਤਲਬ ਸਾਨੂੰ ਮਦਦ ਆ ਰਹੀ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚੋਂ ਮਦਦ ਆ ਰਹੀ ਹੈ। ਪਰ ਜੇ ਸਾਡਾ ਗੁਆਂਢੀ ਦੇਸ਼ ਸਾਨੂੰ ਮਦਦ ਦੇਣ ਨੂੰ ਤਿਆਰ ਹੈ, ਜਿਹੜਾ ਸਾਡਾ ਹਿੱਸਾ ਸੀ, ਸਾਡਾ ਛੋਟਾ ਭਰਾ ਹੈ, ਉਹ ਲੈ ਲੈਣੀ ਚਾਹੀਦੀ। ਇਹਦੇ ਨਾਲ ਕੁੜੱਤਣ ਦੂਰ ਹੁੰਦੀ ਹੈ, ਆਪਸੀ ਮਿਲਵਰਤਨ ਵੱਧਦਾ ਹੈ। ਔਰ ਮਿਲਵਰਤਨ ਵਧਾਉਣਾ ਬਹੁਤ ਜ਼ਰੂਰੀ ਹੈ ਅਮਨ ਵਾਸਤੇ। ਨਹੀਂ ਤਾਂ ਅਸੀਂ ਕਿੰਨਾ ਪੈਸਾ ਸਿਰਫ ਹੈ ਇਹ ਜਿਹੜੀ ਹੈ ਇੱਕ ਦੂਜੇ ਨੂੰ ਥੱਲੇ ਝੁਕਾਉਣ ਵਾਸਤੇ ਲੱਗੇ ਖੜੇ। ਬਿਲਕੁਲ। ਢਿੱਲੋਂ ਸਾਹਿਬ, ਫਿਰ ਸਾਰੇ ਮਾਮਲੇ ਦੇ ਵਿੱਚ ਜੋ ਕਰੋਨਾ ਦੀ ਸਥਿਤੀ ਬਣੀ ਹੈ, ਮਦਰਾਸ ਹਾਈ ਕੋਰਟ ਦੀ ਬੜੀ ਸਖਤ ਟਿੱਪਣੀ ਆਈ ਹੈ। ਦੇਖੋ, ਜਿਹੜੀ ਟਿੱਪਣੀ ਆਈ ਹੈ ਮਦਰਾਸ ਹਾਈ ਕੋਰਟ ਦੀ, ਇਸ ਟਿੱਪਣੀ ਨੇ ਇੱਕ ਗੱਲ ਸਪਸ਼ਟ ਕਰਤੀ ਹੈ। ਉਹ ਗੱਲ ਇਹ ਹੈ ਕਿ ਬੜੇ ਲੰਬੇ ਸਮੇਂ ਤੋਂ 2014 ਤੋਂ ਇਹ ਇਲਜ਼ਾਮ ਲੱਗਦਾ ਆ ਰਿਹਾ ਵਿਰੋਧੀ ਧਿਰਾਂ ਵੱਲੋਂ ਜੀ ਕਿ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਨੇ ਇਸ ਦੇਸ਼ ਦੇ ਜਿਹੜੇ ਸੰਵਿਧਾਨਕ ਸੰਗਠਨ ਹੈ ਜਾਂ ਸੰਸਥਾਨ ਹੈ, ਇੰਸਟੀਟਿਊਸ਼ਨਸ ਹੈ, ਉਹਨਾਂ ਦਾ ਵਿੜਾ ਗਰਕ ਕਰਤਾ। ਉਹਨਾਂ ਨੂੰ ਆਪਣੀ ਸੰਵਿਧਾਨਕ ਡਿਊਟੀ ਨਿਭਾਉਣ ਦੇ ਲਈ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਨਹੀਂ ਨਿਭਾਉਂਦੇ। ਉਹ ਜਿਹੜੇ ਰਾਜ ਕਰਦੀ ਧਿਰ ਦੇ ਇੱਕ ਕਿਸਮ ਦੇ ਵਰਕਰ ਬਣ ਕੇ ਕੰਮ ਕਰਦੇ ਉਹਦੇ ਹੱਕਾਂ 'ਚ। ਤੁਹਾਡੀ ਯਾਦ ਹੋਣਾ, ਆਪਾਂ ਖਬਰਾਂ ਕਰਦੇ ਵੀ ਰਹੇ ਕਿ ਗੁਜਰਾਤ ਦੀਆਂ ਜਦੋਂ ਚੋਣਾਂ ਹੋਈਆਂ ਜੀ, ਸ਼ਾਇਦ ਗੁਜਰਾਤ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਹੋਈਆਂ। ਹਾਂਜੀ। ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ ਲਈ ਪ੍ਰੈਸ ਕਾਨਫਰੰਸ ਫੈਸਲਾ ਹੋ ਗਿਆ ਇੱਕੋ ਮੀਟਿੰਗ 'ਚ। ਜਿਹੜੀ ਹੈ ਤੁਹਾਡੀ ਚੋਣ ਕਮਿਸ਼ਨ ਦੀ ਮੀਟਿੰਗ ਹੁੰਦੀ ਹੈ, ਚੋਣ ਕਮਿਸ਼ਨ ਦੀ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਕਿ ਹਿਮਾਚਲ ਪ੍ਰਦੇਸ਼ ਦੀਆਂ ਵੀ ਚੋਣਾਂ ਕਰਾਉਣੀਆਂ ਤੇ ਗੁਜਰਾਤ ਦੀਆਂ ਵੀ ਕਰਾਉਣੀਆਂ। ਜਦੋਂ ਇੱਕ ਦਿਨ ਫੈਸਲਾ ਹੋ ਗਿਆ ਤੇ ਇੱਕੇ ਦਿਨ ਚੋਣਾਂ ਦਾ ਐਲਾਨ ਹੋਣਾ ਚਾਹੀਦਾ ਸੀ, ਨਹੀਂ ਹੋਇਆ। ਲੇਕਿਨ ਹੋਇਆ ਕੀ, ਪਹਿਲਾਂ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦਾ ਐਲਾਨ ਕਰਤਾ, ਬਾਅਦ ਦੇ ਵਿੱਚ ਫਿਰ ਜਿਹੜਾ ਹੈਗਾ ਉਹ ਗੁਜਰਾਤ ਦੀਆਂ ਚੋਣਾਂ ਦਾ ਐਲਾਨ ਕੀਤਾ। ਤੇ ਸਮਾਂ ਕਿੰਨਾ ਦਿੱਤਾ? ਸਮਾਂ ਦਿੱਤਾ 15-20 ਦਿਨਾਂ ਦਾ ਫਰਕ ਪੈ ਗਿਆ।
15-20 ਦਿਨਾਂ ਦੇ ਵਿੱਚ ਸਾਰਾ ਮੰਤਰੀ ਮੰਡਲ ਜਿਹੜਾ ਪਹਿਲਾਂ ਉਧਰ ਤੁਰਿਆ ਫਿਰਦਾ ਸੀ ਤੇ ਫਿਰ ਫਿਰ ਉਹ ਉੱਧਰ ਤੁਰਿਆ ਫਿਰਦਾ। ਇੱਧਰਲੇ ਪਾਸੇ ਆ ਗਿਆ। ਇਹਨਾਂ ਦਿਨਾਂ ਦੇ ਵਿੱਚ ਹੀ ਜਿੰਨੀ ਮਤਲਬ ਜਿਹੜੀ ਹੈਗੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਜਿਹੜਾ ਖਜ਼ਾਨਾ ਮੂਧਾ ਕਰਨਾ ਸੀ ਉਹ ਕਰਤਾ ਔਰ ਉੱਥੋਂ ਨੇ ਧੂ ਘੜੀਸ ਕਰਕੇ ਆਪਣੀ ਸਰਕਾਰ ਬਣਾ ਲਈ। ਇਹੀ ਜੇ ਆਪਾਂ ਦੇਖੀਏ ਤੇ ਬੰਗਾਲ 'ਚ ਕੀ ਹੋਇਆ, ਕਰੋਨਾ ਵਰਗੀ ਮਹਾਮਾਰੀ ਚੱਲਦੀ ਹੈ ਜੀ ਔਰ 8 ਪੜਾਵਾਂ ਦੇ ਵਿੱਚ ਉੱਥੇ ਚੋਣਾਂ ਦਾ ਐਲਾਨ ਕਰਤਾ ਚੋਣ ਕਮਿਸ਼ਨ ਨੇ। ਇਹਦੇ ਤੇ ਕਿੰਤੂ ਪਰੰਤੂ ਉਦੋਂ ਵੀ ਹੋਇਆ ਸੀ ਜੀ। ਅਖੀਰ ਜਦੋਂ 4 ਜਾਂ 5 ਪੜਾਵਾਂ ਦਾ 4 ਪੜਾਵਾਂ ਦੀ ਚੋਣ ਹੋ ਗਈ, ਪੰਜਵਾਂ ਰਹਿ ਗਿਆ ਹੁਣ, ਪੰਜਵਾਂ ਰਹਿ ਗਿਆ ਸੀ, ਨਹੀਂ ਹੁਣ ਤਾਂ 8 ਹੈ ਜੀ, ਹੁਣ ਤਾਂ ਰਹਿ ਗਿਆ। ਜਦੋਂ 4 ਪੜਾਵਾਂ ਦੀ ਚੋਣ ਹੋ ਗਈ ਤੇ ਉਦੋਂ ਮਮਤਾ ਬੈਨਰਜੀ ਨੇ ਇੱਕ ਬੇਨਤੀ ਕਰਤੀ ਚੋਣ ਕਮਿਸ਼ਨ ਨੂੰ ਵੀ ਇਕੱਠੀਆਂ ਕਰਾ ਲਓ। ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿੰਦੇ ਕਿ ਜਿੰਨੇ ਕੁ ਰਹਿ ਗਿਆ ਸਾਰਿਆਂ ਦੀ ਇਕੱਠੀ ਕਰਾ ਲਓ। ਇਹ ਕਹਿੰਦੇ ਨਾ ਬਈ ਤੂੰ, ਇਹ ਕਹਿੰਦੇ ਜੀ ਨਹੀਂ, ਇਹ ਨਹੀਂ। ਉਹਦਾ ਮਤਲਬ ਕੀ ਸੀ ਕਿ ਉਹਨਾਂ ਨੂੰ ਟਾਈਮ ਮਿਲੇ, ਉਹ ਟਾਈਮ ਮਿਲ ਕੇ ਤੇ ਜਿੰਨਾ ਹੈਗਾ, ਕਿਉਂਕਿ ਇਹਨਾਂ ਦੇ ਕੋਲ ਤਾਂ ਕਾਫੀ ਫੌਜਾਂ ਪ੍ਰਚਾਰ ਕਰਨ ਵਾਲੀਆਂ, ਪ੍ਰਧਾਨ ਮੰਤਰੀ ਹੈ, ਅਮਿਤ ਸ਼ਾਹ ਹੈ, ਨੱਡਾ ਹੈ, ਸਾਰਾ ਮੰਤਰੀ ਮੰਡਲ ਹੈ ਤੇ ਉਧਰ ਇਕੱਲੀ ਮਮਤਾ ਬੈਨਰਜੀ ਹੈ। ਉਹ ਵੀ ਸਾਰਾ ਕੁਛ ਉਹਨਾਂ ਨੇ ਕੀਤਾ। ਹੁਣ ਜਿਹੜੀ ਇਹ ਗੱਲ ਆਈ ਹੈ ਮਦਰਾਸ ਹਾਈ ਕੋਰਟ ਦੀ, ਮਦਰਾਸ ਹਾਈ ਕੋਰਟ ਦੇ ਵਿੱਚ ਇੱਕ MLA ਹੈ, ਉਸ MLA ਨੇ ਉੱਥੇ ਆ ਕੇ ਨਾ ਕੈਂਡੀਡੇਟ ਹੈ ਤੇ ਮੇਰਾ ਖਿਆਲ ਹੈ ਸ਼ਾਇਦ ਉਹਦੇ ਕੋਲ ਪਹਿਲਾਂ ਵੀ ਪੋਜੀਸ਼ਨ ਹੈ ਕੋਈ, ਉਸ ਬੰਦੇ ਨੇ ਇੱਕ ਪਟੀਸ਼ਨ ਦਾਇਰ ਕਰਨੀ ਜੀ। ਕਰੂਰ ਹੈ ਸ਼ਹਿਰ ਉਹਦੀ ਕੰਸਟੀਚੂਐਂਸੀ ਦਾ ਨਾਂ। ਉਹ ਕਹਿੰਦਾ ਜੀ ਮੇਰੀ ਕੰਸਟੀਚੂਐਂਸੀ ਦੇ ਵਿੱਚ ਕੈਂਡੀਡੇਟਾਂ ਦੀ ਗਿਣਤੀ ਕਿੰਨੀ ਹੈ, 77 ਜੀ, ਤੇ 77 ਦੇ ਕਾਊਂਟਿੰਜੈਂਟ ਦੇਖ ਲਓ ਕਿੰਨੇ ਕਿੰਨੇ ਆਉਣੇ, 77 ਉਹ ਤੇ ਕਿੰਨੇ ਕਾਊਂਟਿੰਜੈਂਟ ਜਦੋਂ ਸਾਰੇ ਅੰਦਰ ਵੜ ਗਏ ਤੇ ਫਿਰ ਉੱਥੇ ਹਾਲਤ ਕੀ ਹੋ। ਇੱਕ ਬੰਦੇ ਨੂੰ ਵੀ ਕਰੋਨਾ ਹੋਇਆ ਤੇ ਉਹ ਤਾਂ ਸਾਰਿਆਂ ਨੂੰ ਹੋ ਜਾਣਾ ਤੇ ਸਾਰਿਆਂ ਤੋਂ ਬਾਅਦ ਫਿਰ ਜਦੋਂ ਬਾਹਰ ਆਏ ਤੇ ਉਹਨਾਂ ਦੀ ਹਾਲਤ ਕੀ ਹੋਣੀ, ਕਿੰਨਾ ਫੈਲੂਗਾ। ਇਹਦੇ ਬਾਰੇ ਜਿਹੜੀ ਘੱਟੋ ਘੱਟ ਤੁਸੀਂ ਹਦਾਇਤਨਾਮਾ ਜਾਰੀ ਕਰ ਦਿਓ। ਸੁਣਵਾਈ ਸ਼ੁਰੂ ਹੋ ਗਈ। ਪੁੱਛਿਆ ਚੋਣ ਕਮਿਸ਼ਨ ਦੇ ਵਕੀਲ ਨੂੰ ਤੁਸੀਂ ਕੀ ਪ੍ਰਬੰਧ ਕੀਤੇ ਜੀ? ਕਹਿੰਦੇ ਜੀ ਅਸੀਂ ਸਰਕੂਲਰ ਜਾਰੀ ਕਰਤੇ ਸੀ। ਅੱਛਾ। ਤੇ ਫਿਰ ਜਿਹੜਾ ਅਦਾਲਤ ਦੀ ਟਿੱਪਣੀ ਹੈ, ਸਵਾਲ ਹੈ, ਉਹ ਬੜਾ ਬਹੁਤ ਹੀ ਚੁਭਵਾਂ। ਉਹ ਕਹਿੰਦੇ ਜਦੋਂ ਚੋਣ ਪ੍ਰਚਾਰ ਹੁੰਦਾ ਸੀ ਜੀ ਉਦੋਂ ਭਾਰਤ ਦਾ ਚੋਣ ਕਮਿਸ਼ਨ ਕਿੱਥੇ ਸੀ? ਹਾਂ। ਕਹਿੰਦੇ ਉਹ ਕਿਸੇ ਹੋਰ ਗ੍ਰਹਿ ਤੇ ਗਿਆ ਹੋਇਆ ਸੀ ਵੀ ਧਰਤੀ ਤੇ ਇਸ ਤੇ ਤਾਂ ਹੈ ਹੀ ਨਹੀਂ ਸੀ ਜੀ। ਧਰਤੀਆਂ ਬਾਰੇ ਤਾਂ ਪਤਾ ਨਹੀਂ ਨਾ ਵੀ ਕਿੰਨੀਆਂ ਧਰਤੀਆਂ, ਕਿਸੇ ਹੋਰ ਗ੍ਰਹਿ ਦੇ ਉੱਤੇ ਕਹਿੰਦੇ ਕਿ ਗਿਆ ਹੋਣਾ ਜੀ। ਉਹਦੇ ਬਾਰੇ ਦੱਸੋ ਤੁਸੀਂ ਕੀਤਾ ਕੀ ਹੈ? ਤੁਸੀਂ ਹੁਕਮ ਜਾਰੀ ਕਰਤੇ, ਆਪਾਂ ਪ੍ਰਧਾਨ ਮੰਤਰੀ ਦੀ ਗੱਲ ਕਰਕੇ ਨੇ, ਲੇਕਿਨ ਤੁਸੀਂ ਕੋਈ ਇਸ ਕਾਰਵਾਈ ਨੂੰ ਅੱਗੇ ਕੀਤਾ ਜੀ? ਨਹੀਂ ਕੀਤਾ। ਅਸ਼ੋਕ ਲਵਾਸਾ ਦੀ ਆਪਾਂ ਬੜੇ ਵਾਰੀ ਗੱਲ ਕੀਤੀ ਹੈ। ਆਪਾਂ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਜਦੋਂ ਇਸ ਦੇਸ਼ ਦੇ ਵਿੱਚ 40 CRPF ਦੇ ਜਵਾਨ ਮਾਰੇ ਗਏ ਸੀ ਜੀ, ਇਹ ਕਿਹਾ ਗਿਆ ਕਿ ਪਾਕਿਸਤਾਨ ਦੇ ਟ੍ਰੇਨਡ ਲੋਕਾਂ ਨੇ ਉਹਨਾਂ ਨੂੰ ਮਾਰਤਾ। ਜਿਹੜੇ ਪਾਕਿਸਤਾਨ ਦੇ ਵਿੱਚੋਂ ਟ੍ਰੇਨਡ ਹੋ ਕੇ ਦਹਿਸ਼ਤਗਰਦ ਆਏ ਉਹਨਾਂ ਨੇ ਮਾਰਤਾ ਜੀ। ਇਹਦਾ ਅਸੀਂ ਬਦਲਾ ਲਵਾਂਗੇ। ਬਦਲਾ ਲੈਣ ਵਾਸਤੇ ਜੀ ਬਾਲਾਕੋਟ ਵਾਲਾ ਕਹਿੰਦੇ ਸਰਜੀਕਲ ਸਟ੍ਰਾਈਕ ਕਰਤੀ। ਚੋਣ ਕਮਿਸ਼ਨ ਨੇ ਇਹ ਕਹਿ ਦਿੱਤਾ, ਲਿਖਿਆ ਹੋਇਆ ਚੋਣ ਕਮਿਸ਼ਨ ਦੇ ਵਿੱਚ ਕਿ ਆਦਰਸ਼ ਚੋਣ ਜ਼ਾਬਤੇ ਦੇ ਹੁੰਦੇ ਆ ਜੀ, ਫੌਜ ਦੀ ਜਾਂ ਕਿਸੇ ਵੀ ਸਰਕਾਰੀ ਅਦਾਰੇ ਦੀ ਜਿਹੜੀ ਕੋਈ ਪ੍ਰਾਪਤੀ ਹੈ, ਉਹ ਪ੍ਰਾਪਤੀ ਦਾ ਤੁਸੀਂ ਇੰਤਕਾਲ ਆਪਦੇ ਨਾਂ ਨਹੀਂ ਕਰਵਾ ਸਕਦੇ। ਪਰ ਸਾਡੇ ਪ੍ਰਧਾਨ ਮੰਤਰੀ ਉਦੋਂ ਹੀ ਕਰਵਾ ਲਿਆ, ਉਦੋਂ ਹੀ ਕਰਵਾ ਲਿਆ ਸੀ। ਤੇ ਚੋਣ ਕਮਿਸ਼ਨ ਚੁੱਪ ਕਿਉਂ ਰਿਹਾ? ਚੋਣ ਕਮਿਸ਼ਨ ਆਪਣੇ ਥਾਂ ਤੇ ਚੁੱਪ ਰਿਹਾ। ਹੁਣ ਜਿਹੜੀ ਇਹ ਟਿੱਪਣੀ ਆਈ ਹੈ, ਟਿੱਪਣੀ ਬੜੀ ਖਤਰਨਾਕ ਆਈ ਹੈ। ਉਹਨੇ ਕਿਹਾ ਤੁਸੀਂ ਜ਼ਿੰਮੇਵਾਰ ਹੋ ਜਿਹੜਾ ਕਰੋਨਾ ਦੀ ਦੂਜੀ ਲਹਿਰ ਫੈਲੀ ਹੈ। ਤੇ ਫਿਰ ਕੱਲੀ ਜ਼ਿੰਮੇਵਾਰੀ ਨਹੀਂ ਕਹੀ, ਉਹਨੇ ਕਿਹਾ ਤੁਹਾਡੇ ਜਿਹੜੇ ਅਫਸਰ ਹੈ, ਇਹਨਾਂ ਅਫਸਰਾਂ ਦੇ ਉੱਤੇ ਕਿਉਂ ਨਾ ਕਤਲਾਂ ਦਾ ਮੁਕੱਦਮਾ ਚਲਾਇਆ ਜਾਵੇ। ਦੱਸੋ ਜਿੰਨੇ ਲੋਕ ਮਰ ਰਹੇ ਤੇ ਮਰੇ ਹੈ ਤਾਂ ਵੱਡਾ ਕਾਰਨ ਹੈ ਕਿ ਉਹ ਜਿਹੜਾ ਵਾਇਰਸ ਫੈਲਿਆ ਹੋਇਆ। ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਤੇ ਤੁਹਾਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਹੈ। ਬਹੁਤ ਠੋਕ ਕੇ ਮਤਲਬ ਉਹਨਾਂ ਨੇ ਇਹ ਗੱਲ ਕਹੀ ਹੈ। ਔਰ ਇਹ ਇੱਕ ਸੰਤੁਸ਼ਟੀ ਦੀ ਗੱਲ ਹੈ ਕਿ ਆਮ ਤੌਰ 'ਤੇ ਅਸੀਂ ਬਹੁਤ ਨਿਰਾਸ਼ ਹਾਂ, ਪਰੇਸ਼ਾਨ ਹੈ ਕਿ ਸਾਡੀਆਂ ਜਿਹੜੀਆਂ ਸੰਵਿਧਾਨਕ ਸੰਸਥਾਵਾਂ, ਸਭ ਤੋਂ ਵੱਡੀ ਸੰਵਿਧਾਨਕ ਸੰਸਥਾ ਸੁਪਰੀਮ ਕੋਰਟ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਦੇਖੀ ਤਾਂ ਚੋਣ ਕਮਿਸ਼ਨ ਹੈ। ਹੁਣ ਚੋਣ ਕਮਿਸ਼ਨ ਹੈ ਤੇ ਵੈਸੇ ਤਾਂ ਸੁਪਰੀਮ ਕੋਰਟ ਹੈ। ਸੁਪਰੀਮ ਕੋਰਟ ਦੀ ਹਾਲਤ ਵੀ ਕੀ ਕਰ ਛੱਡੀ, ਉੱਥੇ ਵੀ ਕੋਈ ਬਾਹਲੀ ਚੰਗੀ ਨਹੀਂ। ਹਾਲਤ ਤੁਸੀਂ ਸੁਪਰੀਮ ਕੋਰਟ ਦੀ ਦੇਖੋ। ਸੁਪਰੀਮ ਕੋਰਟ ਦੇ ਆਪਣੇ ਕੋਲ ਜਿਹੜੇ ਮਿਸਾਲਾਂ ਪਈਆਂ, ਸਾਡੇ ਕੋਲ ਕੱਪਨ ਸਦੀਕੀ ਦੀ ਮਿਸਾਲ ਪਈ ਹੈ। ਕੱਪਨ ਸਦੀਕੀ ਜਿਹੜਾ ਹੈਗਾ ਉਹ ਕੇਰਲਾ ਦਾ ਪੱਤਰਕਾਰ ਹੈ, ਦਿੱਲੀ ਤੋਂ ਆਪਰੇਟ ਕਰਦਾ ਹੈ। ਹਾਥਰਸ ਦੀ ਘਟਨਾ ਵਾਪਰਦੀ ਹੈ, ਇੱਕ ਦਲਿਤ ਲੜਕੀ ਨੂੰ ਰੇਪ ਦਾ ਸ਼ਿਕਾਰ ਬਣਾਇਆ ਜਾਂਦਾ, ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਜਾਂਦਾ ਹੈ। ਉਹ ਦਲਿਤ ਲੜਕੀ ਦਾ ਜਿਹੜਾ ਹੈਗਾ ਇਲਾਜ ਪਹਿਲਾਂ ਉੱਥੇ ਹੁੰਦਾ ਹੈ, UP 'ਚ ਹੁੰਦਾ ਹੈ, ਫਿਰ ਉਹਨੂੰ ਤਬਦੀਲ ਕਰ ਦਿੱਤਾ ਜਾਂਦਾ ਦਿੱਲੀ, ਤੇ ਦਿੱਲੀ ਉਹਦੀ ਮੌਤ ਹੋ ਜਾਂਦੀ ਹੈ। ਰਾਤ ਦੇ ਹਨੇਰੇ 'ਚ ਮਾਪਿਆਂ ਦੀ ਮਰਜ਼ੀ ਤੋਂ ਬਗੈਰ, ਮਾਪਿਆਂ ਦੀ ਮੌਜੂਦਗੀ ਤੋਂ ਬਗੈਰ ਉਹ ਲੜਕੀ ਦਾ ਸੰਸਕਾਰ ਕੀਤਾ ਜਾਂਦਾ। DC ਤੇ SSP ਕੋਲੇ ਖੜ੍ਹ ਕੇ ਸੰਸਕਾਰ ਕਰਾਉਂਦੇ। ਸਾਰੇ ਦੁਨੀਆ ਦੇ ਵਿੱਚ ਹਾਹਾਕਾਰ ਮਚ ਗਈ। ਦਿੱਲੀ ਤੋਂ ਜਿਹੜਾ ਬੰਦਾ ਪੱਤਰਕਾਰ ਆਪਰੇਟ ਕਰਦਾ, ਉਹ ਆਪਦੀ ਟੀਮ ਨੂੰ ਲੈ ਕੇ ਤੇ ਜਾ ਰਿਹਾ ਵੀ ਚਲੋ ਜੀ ਮੈਂ ਵੀ ਉੱਥੇ ਕਵਰੇਜ ਕਰਾਂ। ਉਹ ਬੰਦੇ ਨੂੰ ਮਥੁਰਾ ਡਿਟੇਨ ਕਰ ਲਿਆ ਜਾਂਦਾ ਹੈ। ਡਿਟੇਨ ਕਰਨ ਤੋਂ ਬਾਅਦ ਉੱਤੇ ਕੇਸ ਕਿਹੜਾ ਬਣਾਇਆ ਜਾਂਦਾ? UAP ਦਾ। UAP ਲਾ ਕੇ ਉਹਨੂੰ ਅੰਦਰ ਸੁੱਟ ਦਿੱਤਾ ਜਾਂਦਾ। ਪਿਛਲੇ ਦਿਨਾਂ 'ਚ ਉਹਦੀ ਮਾਂ ਬਿਮਾਰ ਹੋ ਗਈ ਸੀ,
ਸੁਪਰੀਮ ਕੋਰਟ ਨੇ 5 ਦਿਨਾਂ ਦੀ ਉਹਨੂੰ ਪੈਰੋਲ ਦਿੱਤੀ ਤੇ ਨਾਲ ਪਾਬੰਦੀ ਲਾਤੀ ਕਿ ਮੀਡੀਆ ਨਾਲ ਗੱਲ ਨਹੀਂ ਕਰੇਗਾ। ਚਲੋ ਉਹ ਗਿਆ, ਹੁਣ ਉਹ ਅੰਦਰ ਚਲਾ ਗਿਆ। ਹੁਣ ਉਹਦੀ ਵਾਈਫ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈ ਉਹ ਬਹੁਤ ਭਿਆਨਕ ਹੈ। ਉਹ ਕਹਿੰਦੀ ਮੇਰਾ ਹਸਬੈਂਡ ਜਿਹੜਾ ਹੈਗਾ ਉਹ ਇੰਨਾ ਕਮਜ਼ੋਰ ਹੋ ਗਿਆ, ਉਹ ਵਾਸ਼ਰੂਮ ਦੇ ਵਿੱਚ ਡਿੱਗ ਪਿਆ, ਔਰ ਉਹ ਤੋਂ ਬਾਅਦ ਜਦੋਂ ਉਹਨੂੰ ਹਸਪੀਟਲ ਜਾ ਕੇ ਦਿਖਾਇਆ ਗਿਆ ਤਾਂ ਕਰੋਨਾ ਪੋਜ਼ੀਟਿਵ। ਜਿਹੜੇ ਹਸਪਤਾਲ ਦੇ ਵਿੱਚ ਇਸ ਵੇਲੇ ਦਾ ਇਲਾਜ ਹੋ ਰਿਹਾ ਉੱਥੇ ਉਹਨੂੰ ਮੰਜੇ ਦੇ ਨਾਲ ਰੱਸੀਆਂ ਨਾਲ ਬੰਨਿਆ ਹੋਇਆ। ਦੱਸੋ, ਉਹਨੇ ਪਟੀਸ਼ਨ ਦਾਇਰ ਕੀਤੀ ਹੈ। ਕੇਰਲਾ ਦੇ ਕਈ ਐਮਪੀਜ਼ ਨੇ ਦੇਸ਼ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਲਿਖਤੀ ਕਿ ਉਹਦੀ ਘੱਟੋ ਘੱਟ ਬੇਲ ਤਾਂ ਲੈ ਲਓ, ਇਹ ਜਿਹੇ ਬੰਦੇ ਦੀ ਇਲਾਜ ਤਾਂ ਬਾਹਰੋਂ ਕਰਵਾ ਲਿਆ ਕੇ। ਔਰ ਨਾਲ ਹੀ ਜਿਹੜੀ ਹੈਗੀ ਹੈ ਤੁਹਾਡੀ ਵਰਕਿੰਗ ਜਿਹੜੀ ਜਰਨਲਿਸਟ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਆ ਉੱਥੋਂ ਦੀ ਯੂਨੀਅਨ ਹੈ, ਉਹਨਾਂ ਨੇ ਵੀ ਪਟੀਸ਼ਨ ਪਾਈ ਹੈ। ਇਹ ਸਾਰਾ ਕੁਛ ਕੀ ਦਰਸਾਉਂਦਾ ਹੈ ਕਿ ਇੱਕ ਪੱਤਰਕਾਰ ਗੋਸਵਾਮੀ ਨਹੀਂ ਸੀ ਛੁੱਟੀ ਵਾਲੇ ਦਿਨ ਉਹਦੀ ਕਰੀਆਂ ਤੇ ਅਸੀਂ ਮਤਲਬ ਜਿਹੜੀ ਹੈ ਭਾਰਤ ਦੀ ਸੁਪਰੀਮ ਕੋਰਟ ਦੀ ਜਿਹੜੀ ਉਦਾਸੀਨਤਾ ਹੈ ਉਹ ਤੋਂ ਅਸੀਂ ਲੋਕ ਨਿਰਾਸ਼ ਸੀ। ਸੁਪਰੀਮ ਕੋਰਟ ਫੈਸਲੇ ਕਰਦੀ ਹੈ, ਲੇਕਿਨ ਜਿਹੜੇ ਫੈਸਲੇ ਹੁੰਦੇ ਆ ਉਹ ਫੈਸਲੇ ਇਨਸਾਫ ਵਾਲੀ ਗੱਲ ਨਹੀਂ ਹੈਗੀ, ਨਿਆਂ ਵਾਲੀ ਗੱਲ ਨਹੀਂ। ਉਹ ਹੈ ਕਿ ਉਹ ਜਿਹੜੀ ਸੱਤਾਧਾਰੀ ਧਿਰ ਹੈ ਉਹਨੂੰ ਕਿੰਨੇ ਕੁ ਪੋਲੀਟੀਕਲ ਸੂਟ ਬੈਠਦੀ ਹੈ ਉਹਦੇ ਮੁਤਾਬਕ ਫੈਸਲੇ ਕਰਦੇ ਆ। ਲੇਕਿਨ ਹਾਈ ਕੋਰਟਾਂ ਫੱਟੇ ਚੱਕੀ ਜਾਂਦੀਆਂ। ਅਦਾਲਤਾਂ ਦਾ ਕੰਮ ਕੀ ਹੁੰਦਾ? ਅਦਾਲਤਾਂ ਦਾ ਕੰਮ ਹੁੰਦਾ ਕਿ ਸਿਸਟਮ ਨੂੰ, ਸਟੇਟ ਨੂੰ ਕਟਹਿਰੇ 'ਚ ਖੜਾ ਕਰੇ ਕਿ ਇਹਨਾਂ ਚੀਜ਼ਾਂ ਦਾ ਜਵਾਬ ਦੇ। ਆਮ ਲੋਕਾਂ ਦੇ ਮਨੁੱਖੀ ਅਧਿਕਾਰ ਹੈ ਜਿਹੜੇ, ਉਹਨਾਂ ਦੀ ਰਾਖੀ ਕੀਤੀ ਜਾਵੇ। ਸਾਡੇ ਜਿਹੜੇ ਹੋਣ ਵਾਲੇ ਚੀਫ ਜਸਟਿਸ ਰਮੰਨਾ ਸਾਹਿਬ, ਅਸੀਂ ਉਮੀਦ ਕਰਦੇ ਹਾਂ ਕਿਉਂਕਿ ਕਿਸਾਨ ਪਰਿਵਾਰ 'ਚੋਂ ਆਉਂਦੇ ਔਰ ਇਹਨਾਂ ਨੇ ਜਿਹੜੀ ਇਹਨਾਂ ਦੀ ਪੁਰਾਣੀ ਮੈਂ ਹਿਸਟਰੀ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਹਾਸਲ ਕੀਤੀ। ਇੰਟਰਨੈਟ ਦਾ ਮਾਮਲਾ ਫੈਲਿਆ ਆਪਣਾ ਆਇਆ ਤੁਹਾਡਾ ਕਸ਼ਮੀਰ ਦੇ ਵਿੱਚ ਧਾਰਾ 370 ਤੋੜਤੀ। ਉਸ ਦਿਨ ਤੋਂ ਹੀ ਜਦੋਂ ਤੋੜੀ ਹੈ ਕੁਛ ਦਿਨਾਂ ਬਾਅਦ ਹੀ ਉਹਨਾਂ ਨੇ ਜਿਹੜਾ ਹੈਗਾ ਪਟੀਸ਼ਨ ਪਾਤੀ। ਉਹ ਪਟੀਸ਼ਨ ਪੈਂਡਿੰਗ ਹਾਲੇ ਤੱਕ ਸੁਣਵਾਈ ਨਹੀਂ ਹੋਈ। ਲੇਕਿਨ ਅਨੁਰਾਧਾ ਭਸੀਨ ਕਸ਼ਮੀਰ ਟਾਈਮਜ਼ ਦੀ ਐਡੀਟਰ ਸੀ, ਉਹਨੇ ਪਟੀਸ਼ਨ ਪਾਈ ਜੀ ਇੰਟਰਨੈਟ 'ਤੇ ਪਾਬੰਦੀ ਲਾਤੀ। ਉਹ ਮਾਮਲਾ ਗਿਆ, ਦੇਰੀ ਤਾਂ ਜ਼ਰੂਰ ਹੋ ਗਈ, ਲੇਕਿਨ ਰਮੰਨਾ ਸਾਹਿਬ ਨੇ ਕਿਹਾ ਕਿ ਹਾਂ ਇੰਟਰਨੈਟ ਹੈ ਜਿਹੜਾ ਇਹ ਬੁਨਿਆਦੀ ਅਧਿਕਾਰਾਂ 'ਚ ਆਉਂਦਾ ਜੀ, ਇਹਦੇ 'ਤੇ ਤੁਸੀਂ ਪਾਬੰਦੀ ਕਿਉਂ ਲਾਈ ਹੈ? ਪਾਬੰਦੀ ਖਲਵਾਈ। ਹੁਣ ਵੀ ਮੈਨੂੰ ਜਾਣਕਾਰੀ ਮਿਲੀ ਹੈ ਕਿ ਜਦੋਂ ਇਹ ਸਾਰਾ ਕੁਛ ਹੋ ਗਿਆ ਤਾਂ ਉਹਨਾਂ ਨੇ ਜਿਹੜੀ ਹੈਗੀ ਯੂਪੀ ਦੀ ਸਰਕਾਰ ਨੂੰ ਚੀਫ ਜਸਟਿਸ ਨੇ ਹੁਣ ਜਿਹੜਾ ਉਹਨਾਂ ਦਾ ਬੈਂਚ ਹੈ ਉਹਨੇ ਹੁਕਮ ਦਿੱਤਾ ਹੈ ਕਿ ਕੱਲ੍ਹ ਤੱਕ ਸਾਰਾ ਰਿਕਾਰਡ ਜਿਹੜਾ ਉਹਦਾ ਮੈਡੀਕਲ ਰਿਕਾਰਡ ਹੈ ਉਹ ਪੇਸ਼ ਕੀਤਾ ਜਾਵੇ ਕਪਨ ਸਿੱਦੀਕੀ ਦਾ, ਅਤੇ ਕੱਲ੍ਹ ਨੂੰ ਹੀ ਸੁਣਵਾਈ ਹੋਣੀ ਹੈ। ਇਹ ਜਿਹੜੀ ਸਰਗਰਮੀ ਹੇਠਲੀਆਂ ਅਦਾਲਤਾਂ ਦੀ ਹੈ ਨਾ, ਹਾਈ ਕੋਰਟਾਂ ਦੀ ਸਰਗਰਮੀ ਹੈ। ਹਾਈ ਕੋਰਟਾਂ ਦੀ ਸਰਗਰਮੀ ਦੇ ਨਾਲ ਇਹ ਉਮੀਦ ਵੱਜਦੀ ਹੈ ਕਿ ਭਾਰਤ ਦੀ ਜੁਡੀਸ਼ਰੀ ਹੈ ਜਿਹੜੀ ਹੁਣ ਉਹ ਸਰਗਰਮ ਹੋ ਗਈ ਹੈ। ਜੇ ਹਾਈ ਕੋਰਟਾਂ ਸਰਗਰਮ ਹੋ ਗਈਆਂ ਤਾਂ ਸੁਪਰੀਮ ਕੋਰਟ ਦੇ ਵਿੱਚ ਵੀ ਆਮ ਤੌਰ 'ਤੇ ਆਪਾਂ ਕਹਿੰਦੇ ਹੁੰਦੇ ਹਾਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਹੈ। ਅੱਜ ਜਦੋਂ ਸਾਰੇ ਪਾਸੇ ਗੱਲ ਆਪਾਂ ਸਤਿਕਾਰ ਕਰਦੇ ਹਾਂ ਅਦਾਲਤਾਂ ਦਾ, ਇੱਜ਼ਤ ਕਰਦੇ ਹਾਂ, ਲੇਕਿਨ ਅਦਾਲਤਾਂ ਦੇ ਫੈਸਲਿਆਂ ਦੇ ਉੱਤੇ ਕਿੰਤੂ ਪਰੰਤੂ ਕਰਨ ਦਾ ਸਾਨੂੰ ਹੱਕ ਹੈ। ਅਸੀਂ ਉਹਨਾਂ ਫੈਸਲਿਆਂ ਦੇ ਉੱਤੇ ਚੀਰ ਫਾੜ ਕਰਦੇ ਹਾਂ ਕਿ ਗਲਤ ਹੋ ਰਿਹਾ। ਇੱਥੇ ਜਿਹੜੀ ਹੈਗੀ ਹੈ ਜਿਹੜੀ ਮਤਲਬ ਜਿਵੇਂ ਹੁਣ ਮਦਰਾਸ ਹਾਈ ਕੋਰਟ ਹੋ ਗਈ, ਦਿੱਲੀ ਹਾਈ ਕੋਰਟ ਹੋ ਗਈ, ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬੋਬੜੇ ਸਾਹਿਬ ਹੈ ਉਹਨਾਂ ਨੇ ਲਾ ਲਈ ਸੀ ਅਦਾਲਤ ਲਾ ਕੇ, ਤੇ ਉਹਨਾਂ ਨੇ ਕਿਹਾ ਸੀਗਾ ਜੀ ਅਸੀਂ ਸੁਣਵਾਈ ਕਰਾਂਗੇ ਤੇ ਅਦਾਲਤਾਂ ਹੇਠਲੀਆਂ ਅਦਾਲਤਾਂ ਜਿਹੜੀ ਕੇਸ ਚੱਲਦੇ ਆ ਕੌਮੀ ਪੱਧਰ ਦਾ ਮਾਮਲਾ ਤੇ ਇਹਨੂੰ ਵਿਚਾਰਾਂਗੇ। ਲੇਕਿਨ ਜਦੋਂ ਨੁਕਤਾਚੀਨੀ ਹੋਈ ਤੇ ਉਹਨਾਂ ਨੇ ਕਹਿਤਾ ਨਹੀਂ ਜੀ ਨਹੀਂ ਹੁਣ ਅਦਾਲਤਾਂ ਆਪਣਾ ਆਪ ਹੀ ਕੰਮ ਕਰਨਗੀਆਂ ਜੀ, ਉਹਨਾਂ ਨੇ ਛੱਡਤੀ। ਇਸ ਕਰਕੇ ਜਿਹੜਾ ਇਹ ਟਿੱਪਣੀ ਆਈ ਹੈ ਜਾਂ ਟਿੱਪਣੀਆਂ ਆਈਆਂ ਮਦਰਾਸ ਹਾਈ ਕੋਰਟ ਦੀਆਂ ਬਹੁਤ ਹੀ ਉਤਸ਼ਾਹਜਨਕ ਹੈ, ਔਰ ਇਹਦੇ ਤੋਂ ਲੱਗਦਾ ਕਿ ਸਾਡੀ ਜੁਡੀਸ਼ਰੀ ਹੈ ਜਿਹੜੀ ਉਹ ਜੁਡੀਸ਼ਰੀ ਆਪਣਾ ਜਿਹੜਾ ਬਹੁਤ ਇਤਿਹਾਸਕ ਭੂਮਿਕਾ ਹੈ ਜੀ ਉਹ ਨਿਭਾਉਣ ਲਈ ਹੁਣ ਤਿਆਰ ਹੈ। ਉਹ ਤਾਂ ਇਤਿਹਾਸਕ ਭੂਮਿਕਾ ਨਿਭਾਉਣ ਲਈ ਤਿਆਰ ਹੋ ਗਏ। ਇੱਧਰ ਸਾਡੇ ਪੰਜਾਬ ਦੇ ਦੋ ਕਾਂਗਰਸੀ ਹੈ, ਇੱਕ ਸੁਨੀਲ ਜਾਖੜ, ਇੱਕ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ, ਤੇ ਇਹਨਾਂ ਨੇ ਵੀ ਅਸਤੀਫਾ ਦਿੱਤਾ ਹੈ ਕਿ ਪੇਸ਼ਕਸ਼ ਕੀਤੀ ਹੈ। ਇਹ ਕੀ ਇਤਿਹਾਸ ਬਣਾਉਣ ਚੱਲੇ ਨੇ ਜੀ? ਨਹੀਂ ਦੇਖੋ, ਗੱਲ ਹੈ ਵੀ ਇਤਿਹਾਸ ਇਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ, ਜਿੰਨੀ ਕਿ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਸੰਬੰਧਿਤ ਜਿਹੜੀ ਕੋਟਕਪੂਰਾ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀ ਤੇ ਉਸ ਟੀਮ ਨੇ ਕਾਫੀ ਕੰਮ ਮੁਕਾ ਲਿਆ ਸੀ, ਲਗਭਗ ਸਾਰੇ ਮੁਕਾ ਲਿਆ ਸੀ। ਇੱਕ 10ਵਾਂ ਚਲਾਨ ਹੈ ਜਿਹੜਾ ਕਿ 9ਵਾਂ ਜਾਂ 10ਵਾਂ ਉਹ ਉਹਨਾਂ ਨੇ ਅਦਾਲਤ 'ਚ ਪੇਸ਼ ਕਰਨਾ ਸੀ, ਲੇਕਿਨ ਨਾਲ ਦੀ ਨਾਲ ਹੀ ਅਦਾਲਤ ਦੇ ਵਿੱਚੋਂ ਹਾਈ ਕੋਰਟ ਦੇ ਵਿੱਚੋਂ ਸਿੰਗਲ ਜੱਜ ਦਾ ਫੈਸਲਾ ਆ ਜਾਂਦਾ ਕਿ ਟੀਮ ਭੰਗ ਕੀਤੀ ਜਾਂਦੀ ਹੈ, ਸਭ ਕੁਛ ਭੰਗ, ਨਵੇਂ ਸਿਰੇ ਤੋਂ SIT ਬਣਾ ਦਿਓ। ਕੱਲ੍ਹ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਸੀ ਜੀ, ਇਹ ਮੀਟਿੰਗ ਤਾਂ ਸੀ ਕੋਵਿਡ-19 ਬਾਰੇ,
ਲੇਕਿਨ ਉਸ ਮੀਟਿੰਗ ਦੇ ਵਿੱਚ ਕਿਉਂਕਿ ਇਸ ਵੇਲੇ ਭਖਵਾਂ ਜਿਹੜਾ ਹੈਗਾ ਇਸ਼ੂ ਹੈ ਜੀ, ਉਹ ਇਸ਼ੂ ਇਸ ਮਾਮਲੇ ਤੇ ਇਹਦੇ ਤੇ ਵੀ ਬਹਿਸ ਚੱਲ ਪਈ। ਇਸ ਬਹਿਸ ਦੇ ਵਿੱਚ ਮਤਲਬ ਗਰਮਾ ਗਰਮੀ ਵਾਹਵਾ ਹੋ ਗਈ ਔਰ ਉਸ ਗਰਮਾ ਗਰਮੀ ਦੇ ਉੱਤੇ ਮਤਲਬ ਅਮਰਿੰਦਰ ਸਿੰਘ ਕਹਿੰਦੇ ਹੈ, ਜੋ ਖਬਰਾਂ ਆ ਰਹੀਆਂ ਅਖਬਾਰਾਂ 'ਚ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੇਰੀ ਆਪਣੀ ਟੀਮ ਦੇ 1-2 ਮੈਂਬਰਾਂ ਨੇ ਜੀ ਬਾਹਰ ਜਾ ਕੇ ਗੱਲ ਕੀਤੀ, ਉਹ ਬਾਹਰ ਗੱਲ ਨਹੀਂ ਸੀ ਕਰਨੀ ਚਾਹੀਦੀ, ਮੀਡੀਆ ਨੂੰ ਨਹੀਂ ਸੀ ਮਿਲਣਾ ਚਾਹੀਦਾ। ਸੁੱਖੀ ਰੰਧਾਵਾ ਨਾਲ ਦੀ ਨਾਲ ਖੜਾ ਹੋ ਗਿਆ, ਕਹਿੰਦਾ ਜੀ ਹੋਰ ਤਾਂ ਕੋਈ ਬੋਲਿਆ ਹੀ ਨਹੀਂ, ਇਕੱਲਾ ਮੈਂ ਹੀ ਬੋਲਿਆ। ਫਿਰ ਸੁੱਖੀ ਰੰਧਾਵੇ ਨੇ ਦੋਨੇ ਚੀਜ਼ਾਂ ਬੋਲੀਆਂ। ਉਹਨੇ ਜੇ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਨੁਕਤਾਚੀਨੀ ਕੀਤੀ ਹੈ ਤਾਂ ਨਾਲ ਉਹਨੇ ਇਸ ਗੱਲ ਦੇ ਉੱਤੇ ਵੀ ਕੀਤੀ ਹੈ ਕਿ ਜੇ ਬਾਕੀ 4 ਬੰਦਿਆਂ ਨੇ ਜਿਮਨੀਆਂ ਦੇ ਦਸਤਖਤ ਨਹੀਂ ਕੀਤੇ, ਉਹ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਕੀ ਸਾਡੇ ਧਿਆਨ 'ਚ ਨਹੀਂ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਲਿਆਂਦਾ ਸੀ? ਜੇ ਲਿਆਂਦਾ ਸੀ ਤਾਂ ਫਿਰ ਉਹਨਾਂ ਦੀ ਪੁੱਛ ਪੜਤਾਲ ਕਿਉਂ ਨਹੀਂ ਕੀਤੀ ਕਿ ਜਿਮਨੀਆਂ ਤੇ ਦਸਤਖਤ ਕਿਉਂ ਨਹੀਂ ਕਰਦੇ? ਜਾਂ ਜੇ ਕੰਵਰ ਵਿਜੇ ਪ੍ਰਤਾਪ ਸਿੰਘ ਈਗੋਇਸਟਿਕ ਸੀ ਔਰ ਇਹਦੀ ਈਗੋ ਦੀ ਵਜ੍ਹਾ ਕਾਰਨ ਦੂਜੇ ਇਹ ਕਰਨ ਨੂੰ ਤਿਆਰ ਨਹੀਂ ਸੀ ਤਾਂ ਫਿਰ ਇਹਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਸੀ। ਇਹੀ ਚੀਜ਼ ਉਹਨੇ ਕਹੀ ਸੀਗੀ ਇਹਦੇ ਬਾਰੇ, ਅਤੁਲ ਨੰਦਾ ਬਾਰੇ, ਜੀ ਐਡਵੋਕੇਟ ਜਨਰਲ ਬਾਰੇ। ਉਹ ਕਹਿੰਦਾ ਜੀ ਆਹ ਗੱਲ ਹੈ, ਜੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ, ਆ ਚੱਕੋ ਮੇਰਾ ਅਸਤੀਫਾ। ਇਹ ਖਬਰਾਂ ਛਪੀਆਂ ਤੇ ਅਮਰਿੰਦਰ ਸਿੰਘ ਨੇ ਕਹਿਤਾ ਨਹੀਂ ਤੇਰੀ ਲੋੜ ਹੈ, ਉਹਨਾਂ ਨੇ ਅਸਤੀਫਾ ਪਾੜਤਾ ਜੀ। ਤੇ ਫਿਰ ਸੁਨੀਲ ਜਾਖੜ ਵੀ ਉੱਠ ਪਿਆ, ਕਿਉਂਕਿ ਸੁਨੀਲ ਜਾਖੜ ਨੇ ਸ਼ੁੱਕਰਵਾਰ ਨੂੰ ਇੱਕ ਇੰਟਰਵਿਊ ਦਿੱਤੀ ਸੀ ਹਿੰਦੁਸਤਾਨ ਟਾਈਮ 'ਚ। ਉਹਦੇ ਵਿੱਚ ਉਹਨੇ ਗੱਲ ਕਹੀ ਸੀ ਕਿ ਸਾਡੇ ਲਈ ਇਹ ਵੇਕਅਪ ਕਾਲ ਹੈ ਜੀ, ਅਜੇ ਸਾਡੇ ਕੋਲ ਟਾਈਮ ਹੈਗਾ, ਇਹਦੇ ਤੇ ਸਾਨੂੰ ਮਤਲਬ ਜਿਹੜਾ ਹੈਗਾ ਛੇਤੀ ਕੁਛ ਕਰ ਦੇਣਾ ਚਾਹੀਦਾ ਹੈ। ਉਹਨਾਂ ਦੇ ਐਗਜ਼ੀਕਿਊਟਿਵ ਐਡੀਟਰ ਨੇ ਇੰਟਰਵਿਊ ਲਈ ਸੀ ਤੇ ਉਹਨੇ ਸਵਾਲ ਕਰ ਦਿੱਤਾ ਕਿ MLAs ਦੇ ਵਿੱਚ ਜਾਂ ਤੁਹਾਡੇ ਲੀਡਰਾਂ 'ਚ, ਵਜ਼ੀਰਾਂ ਦੇ ਵਿੱਚ ਇਹ ਬੇਚੈਨੀ ਪਾਈ ਜਾ ਰਹੀ ਹੈ ਕਿ ਉਹਨਾਂ ਦੀ ਸਰਕਾਰੀ ਮਸ਼ੀਨਰੀ ਸੁਣਦੀ ਨਹੀਂ। ਇਹ ਕਿਸ ਹੱਦ ਤੱਕ ਠੀਕ ਹੈ? ਉਹਨੇ ਕਿਹਾ ਜੀ ਬਿਲਕੁਲ ਠੀਕ ਹੈ। ਸਾਡੀ ਜਿਹੜੀ ਇੱਕ ਤਾਂ ਜਿਹੜਾ ਇਹ ਸਾਡੇ ਖਿਲਾਫ ਫੈਸਲਾ ਹੋਇਆ ਓਵਰ ਕਾਨਫੀਡੈਂਸ ਦੀ ਵਜ੍ਹਾ ਕਾਰਨ ਹੈ। ਓਵਰ ਕਾਨਫੀਡੈਂਸ ਤਾਂ ਜ਼ਿਆਦਾ ਹੀ ਸੀਗੇ, ਕੰਵਰ ਵਿਜੇ ਪ੍ਰਤਾਪ ਸਿੰਘ ਜੀ ਹੋ ਗਿਆ। ਦੂਜਾ ਉਹ ਕਹਿੰਦਾ ਵੀ ਸਾਡੇ ਖਿਲਾਫ ਫੈਸਲਾ ਇਸ ਕਰਕੇ ਕਿ ਜਿਹੜੀ ਪੋਲੀਟੀਕਲ ਨਿਗਰਾਨੀ ਹੋਣੀ ਚਾਹੀਦੀ ਹੈ ਬਿਊਰੋਕ੍ਰੇਸੀ ਤੇ ਉਹ ਹੈ ਨਹੀਂ ਸੀ। ਔਰ ਇਹ ਵੀ ਇੱਧਰ ਵੀ ਪੋਲੀਟੀਕਲ ਨਿਗਰਾਨੀ ਦੀ ਕਮੀ ਹੈ ਤੇ ਉਧਰ ਵੀ ਪੋਲੀਟੀਕਲ ਨਿਗਰਾਨੀ ਦੀ ਕਮੀ ਹੈ। ਇਹ ਗੱਲ ਕਹਿ ਕੇ ਉਹਨੇ ਇੱਕ ਬਹੁਤ ਵੱਡਾ ਮਤਲਬ ਜਿਹੜਾ ਹੈਗਾ ਮੁੱਦਾ ਖੜਾ ਕਰਤਾ ਕਿ ਪਿਛਲੇ ਸਮੇਂ 'ਚ ਪੋਲੀਟੀਕਲ ਨਿਗਰਾਨੀ ਤਾਂ ਰਹੀ ਨਹੀਂ। ਪਰ ਉਹਨੇ ਫਿਰ ਕਹਿਤਾ ਵੀ ਕਿਉਂਕਿ ਉਹਨੂੰ ਸਵਾਲ ਕੀਤਾ ਦੁਬਾਰਾ ਕਿ ਤੁਹਾਡਾ ਲੀਡਰ ਕੌਣ ਹੈ, ਕਿਹਦੀ ਅਗਵਾਈ ਚੋਣਾਂ ਲੜੋਗੇ? ਉਹ ਕਹਿੰਦਾ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਅਸੀਂ ਚੋਣਾਂ ਜਿੱਤ ਰਹੇ ਹਾਂ ਜੀ, ਉਹਨਾਂ ਦੀ ਅਗਵਾਈ 'ਚ ਲੜਨਾ ਹੈ। ਉਹਨਾਂ ਨੇ ਕਿਹਾ ਮੁੱਖ ਮੰਤਰੀ ਕੌਣ ਬਣੂ? ਕਹਿੰਦਾ ਵੀ ਹਾਈ ਕਮਾਂਡ ਫੈਸਲਾ ਕਰੂਗੀ। ਉਹ ਕਰੂਗੀ ਲੇਕਿਨ ਅਗਵਾਈ ਉਹਨਾਂ ਦੀ ਚੋਣ ਲੜੀ ਜਾਊਗੀ। ਤੇ ਫਿਰ ਜਾਖੜ ਸਾਹਿਬ ਨੇ ਵੀ ਕਹਿਤਾ ਜੀ ਵੀ ਮੈਂ ਵੀ ਤਾਂ ਇੰਟਰਵਿਊ ਦਿੱਤੀ ਤੇ ਮੇਰਾ ਅਸਤੀਫਾ ਵੀ ਲੈ ਲਓ। ਉਹ ਵੀ ਉਹਨੇ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਨਹੀਂ ਤੁਹਾਡੀ ਕੋਈ ਲੋੜ ਨਹੀਂ ਅਸਤੀਫਾ ਦੀ, ਤੁਸੀਂ ਮੇਰੀ ਟੀਮ ਦੇ ਮੈਂਬਰ ਹੋ, ਤੁਸੀਂ ਰਹੋਗੇ। ਇਹ ਤੋਂ ਬਾਅਦ ਫਿਰ ਇੱਕ ਨਵੀਆਂ ਗੱਲਾਂ ਚੱਲ ਪੈਂਦੀਆਂ ਵੀ ਕੀ ਕੁਛ ਹੈ। ਲੇਕਿਨ ਇੱਕ ਵਧੀਆ ਗੱਲ ਇਹਦੇ 'ਚੋਂ ਇਹ ਨਿਕਲੀ ਕਿ ਜਿਹੜੀ ਤਲਖ ਕਲਾਮੀ ਹੋਈ ਉਹਦੇ ਨਾਲ 2 ਫੈਸਲੇ ਨਿਕਲੇ। ਇੱਕ ਫੈਸਲਾ ਤਾਂ ਇਹ ਨਿਕਲਿਆ ਜਿਵੇਂ ਕਿ ਇਮੀਡੀਏਟ ਤੁਹਾਡੇ ਯਾਦ ਹੋਣਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਔਰ HS ਫੂਲਕਾ ਨੇ ਵੀ ਕਿਹਾ ਸੀ ਕਿ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਵਾਲੇ ਮਾਮਲੇ ਨੂੰ ਨਾ ਪੈ ਜਾਓ, ਤੁਹਾਨੂੰ SIT ਬਣਾਉਣੀ ਚਾਹੀਦੀ ਹੈ। SIT ਨੂੰ ਟਾਈਮ ਬਾਉਂਡ ਕਰ ਦਿਓ। ਅਦਾਲਤ ਨੇ ਵੀ ਕਿਹਾ 6 ਮਹੀਨੇ 'ਚ ਆਪਣੀ ਕਾਰਵਾਈ ਮੁਕੰਮਲ ਕਰੇ। ਤੁਸੀਂ ਉਦੋਂ ਵੀ ਜ਼ਿਆਦਾ ਉਹਨਾਂ ਨੂੰ ਜਿਹੜਾ ਘੱਟ ਸਮਾਂ ਦਿਓ ਕਿ 2 ਜਾਂ 3 ਮਹੀਨੇ 'ਚ ਤੁਸੀਂ ਆਪਣੀ ਇਨਵੈਸਟੀਗੇਸ਼ਨ ਪੂਰੀ ਕਰੋ। ਇਹ ਗੱਲ ਕਰੋ ਕਿਉਂਕਿ ਜੇ ਸੁਪਰੀਮ ਕੋਰਟ ਚਲੇ ਗਏ ਤੁਸੀਂ ਫਿਰ ਇਹ ਲਟਕ ਜਾਏ। ਲੇਕਿਨ ਕੱਲ੍ਹ ਜਿਹੜੀ ਉਹਨਾਂ ਨੇ ਗੱਲ ਕਹੀ, ਇੱਕ ਤਾਂ ਇਹ ਕਹਿਤਾ ਵੀ SIT ਬਣਾਓ, ਉਹਦੇ ਮੈਂਬਰ ਕੌਣ ਹੈ ਇਹ ਹਾਲੇ ਪਤਾ ਨਹੀਂ, ਇਹ ਮੇਰੇ ਖਿਆਲ ਵੀ 1-2 ਦਿਨਾਂ 'ਚ ਪਤਾ ਲੱਗ ਜਾਣੇ। SIT ਬਣਾਉਣ ਦਾ ਫੈਸਲਾ ਹੋ ਗਿਆ। ਦੂਜਾ ਇਹ ਹੋ ਗਿਆ ਕਿ ਜਿਹੜੇ ਮਾਣਯੋਗ ਸਿੰਗਲ ਜੱਜ ਦੀ ਜੱਜਮੈਂਟ ਹੈ ਉਸ ਜੱਜਮੈਂਟ ਦੇ ਵਿੱਚ ਕਈ ਮੁੱਦੇ ਉਹ ਹੈ ਜਿਹੜੇ ਬੇਲੋੜੇ ਜੀ, ਕਈ ਇਹੋ ਜਿਹੇ ਮਾਮਲੇ ਉਹਦੇ 'ਚ ਟਿੱਪਣੀਆਂ ਕੀਤੀਆਂ ਜਿਨ੍ਹਾਂ ਦੀ ਲੋੜ ਹੀ ਕੋਈ ਨਹੀਂ ਸੀ। ਮਿਸਾਲ ਦੇ ਤੌਰ 'ਤੇ ਆਪਾਂ ਦੇਖੀਏ ਪਟੀਸ਼ਨ ਕਿਹਨੇ ਪਾਈ ਹੈ? ਇੱਕ ਥਾਣੇਦਾਰ ਨੇ ਪਾਈ ਹੈ ਜਾਂ ਇੱਕ ਹੌਲਦਾਰ ਨੇ ਪਾਈ ਹੈ। ਬਾਦਲ ਫੈਮਿਲੀ ਨੇ ਤਾਂ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਅਜੇ ਤੱਕ। ਪਰ ਉਹ ਜੱਜ ਸਾਹਿਬ ਕਹਿੰਦੇ ਕਿ ਕਸੂਰ ਕੀ ਹੈ? ਬਾਦਲ ਫੈਮਿਲੀ ਦਾ ਕਸੂਰ ਹੀ ਕੋਈ ਨਹੀਂ, ਚੀਫ ਮਿਨਿਸਟਰ ਦਾ ਕਸੂਰ ਹੀ ਕੋਈ, ਉਹ ਐਵੇਂ ਆਪ ਹੀ ਡਿਸਾਈਡ ਕਰਤਾ, ਉਹ ਆਪਣੇ ਆਪ ਡਿਸਾਈਡ ਕਰਤਾ। ਇਹ ਜਾਂ ਇਹੋ ਜਿਹੀਆਂ ਕੁਝ ਜਿਹੜੀਆਂ ਨਾਖੁਸ਼ਗਵਾਰ ਟਿੱਪਣੀਆਂ ਹੋ ਰਹੇ, ਜਿਵੇਂ ਕੰਵਰ ਵਿਜੇ ਪ੍ਰਤਾਪ ਸਿੰਘ ਕਹਿਤਾ ਕਿ ਪੋਲੀਟੀਕਲ ਐਂਬੀਸ਼ੀਅਸ ਹੈ। ਹਾਂ, ਇਹ ਗੱਲ ਕਹਿ ਦਿੱਤੀ, ਇਹ ਵੀ ਜੱਜ ਕਹਿ ਨਹੀਂ ਸਕਦਾ। ਇਹ ਨਹੀਂ, ਚਲੋ ਇਹ ਨਹੀਂ ਕਹਿ ਸਕਦਾ, ਪਰ ਉਹ ਤੋਂ ਪਹਿਲਾਂ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਰਿਕਾਰਡ ਦੇਖ ਲਓ। ਪੰਜਾਬ ਹਰਿਆਣਾ ਹਾਈ ਕੋਰਟ ਨੇ ਬਹੁਤ ਸਾਰੇ ਕੰਪਲੀਕੇਟਡ ਮਾਮਲੇ ਜਿਹੜੇ ਕੰਵਰ ਵਿਜੇ ਪ੍ਰਤਾਪ ਦੇ ਸਪੁਰਦ ਕੀਤੇ ਹੈ। ਔਰ ਕੰਵਰ ਵਿਜੇ ਪ੍ਰਤਾਪ ਆਪਣੇ ਇੰਟਰਵਿਊਜ਼ ਦੇ ਵਿੱਚ ਕਿੰਨੀ ਵਾਰੀ ਕਹਿ ਚੁੱਕੇ ਕਿ ਮੈਨੂੰ ਤਾਂ ਹਾਈ ਕੋਰਟ ਦਾ ਅਫਸਰ ਸਮਝਿਆ ਜਾਂਦਾ ਸੀ ਕਿ ਹਾਈ ਕੋਰਟ ਦਾ ਅਫਸਰ, ਹਾਈ ਕੋਰਟ ਇਹਨੂੰ ਜਿਹੜੇ ਹੈਗੀ ਹੈ ਸਾਈਨ ਕਰਦੀ ਹੈ ਜਿਹੜੀਆਂ ਪੜਤਾਲਾਂ ਵਗੈਰਾ ਹੁੰਦੀਆਂ, ਮੈਂ ਤੈਨੂੰ ਇਸ ਕਰਕੇ। ਸੋ ਇਹਦੇ ਬਾਰੇ ਫੈਸਲਾ ਹੋਇਆ ਕਿ ਇਹਨਾਂ ਜਿਹੜੀਆਂ ਹੈ ਇਹ ਆਰਡਰਾਂ ਦੇ ਵਿੱਚ ਜਿਹੜੀਆਂ ਟਿੱਪਣੀਆਂ, ਇਹਨਾਂ ਟਿੱਪਣੀਆਂ ਦੇ ਖਿਲਾਫ ਜ਼ਰੂਰ ਸੁਪਰੀਮ ਕੋਰਟ 'ਚ ਆਇਆ ਜਾਵੇ। ਇਹਨਾਂ ਟਿੱਪਣੀਆਂ ਨੂੰ ਐਕਸਪੰਜ ਕਰਾਉਣ ਵਾਸਤੇ ਔਰ ਇਹਦੇ ਲਈ ਜਿਹੜੀ ਲੀਗਲ ਟੀਮ ਹੈ ਉਹਦੀ ਡਿਊਟੀ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਦੇਖੋ। ਪਰ ਮੇਰੇ ਖਿਆਲ ਮੁਤਾਬਕ ਆਪਾਂ ਨੂੰ ਕੋਈ ਇਹ ਲੱਗਦਾ ਕਿ ਬੰਦਿਆਂ ਨੇ ਗਲਤ ਗੱਲ ਕੀਤੀ ਹੈ। ਜਿਹੜਾ ਫੈਸਲਾ ਹੁੰਦਾ ਇਕੱਲਾ ਮੁੱਖ ਮੰਤਰੀ ਦਾ ਨਹੀਂ ਹੁੰਦਾ, ਜਿੱਥੋਂ, ਕਿਉਂਕਿ ਮੁੱਖ ਮੰਤਰੀ ਕੁਛ ਵੀ ਹੋਵੇ,
ਕੈਬਨਿਟ ਜਿਹੜੀ ਹੈ ਉਹ ਕੈਬਨਿਟ ਹੈ। ਕੈਬਨਿਟ ਦੀ ਜ਼ਿੰਮੇਵਾਰੀ ਸਾਰਿਆਂ ਦੀ ਬਣਦੀ ਹੈ। ਸੁਖੀ ਰੰਧਾਵਾ ਵੀ ਇਹਦੇ ਵਿੱਚ ਮੈਂਬਰ ਹੈ ਔਰ ਕੱਲ ਤੁਸੀਂ ਦੇਖਿਆ ਹੋਣਾ ਵੀ ਅੰਦਰ ਭਾਵੇਂ ਉਹਨਾਂ ਨੇ ਜੋ ਵਰਤੀ ਕਰ ਲਿਆ, ਬਾਹਰ ਆ ਕੇ ਜਿਹੜੀਆਂ ਮੀਟਿੰਗ ਦੇ ਫੈਸਲੇ ਆ ਉਹ ਮੀਟਿੰਗ ਦੇ ਫੈਸਲੇ ਜਿਹੜੇ ਮੀਡੀਆ ਨਾਲ ਸਾਂਝੇ ਕੀਤੇ ਕਿਹਨੇ ਕੀਤੇ? ਸੁਨੀਲ ਜਾਖੜ। ਹਾਲਾਂਕਿ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਕਰਦੇ ਰਹੇ ਸੀ ਤੇ ਕੱਲ ਮਨਪ੍ਰੀਤ ਸਿੰਘ ਬਾਦਲ ਖੜੇ ਨਾਲ ਸੀ ਪਰ ਚੁੱਪ ਸੀ। ਕਿਉਂ ਚੁੱਪ ਸੀ? ਮੇਰਾ ਖਿਆਲ ਉਹ ਬਠਿੰਡੇ ਵਾਲਾ ਮਾਮਲਾ ਵੀ ਜੇ ਮਨਪ੍ਰੀਤ ਸਿੰਘ ਬਾਦਲ ਬੋਲਣ ਲੱਗ ਗਿਆ ਤਾਂ ਕਿਤੇ ਸਵਾਲ ਨਾ ਖੜੇ ਹੋ ਥੱਲੇ ਲਾਉਣ ਵਾਲੀ ਗੱਲ ਨਾ ਹੋ ਜੇ ਕਿਤੇ ਹੋਰ ਚੱਲ ਪੈਣ। ਕੱਲ ਮਤਲਬ ਉਚੇਚੇ ਤੌਰ ਦੇ ਉੱਤੇ ਫਿਰ ਉਹਨੇ ਆਪਣੀ ਜ਼ਿੰਮੇਵਾਰੀ ਵੀ ਨਿਭਾਈ ਹੈ। ਪਰ ਅਜੇ ਤੱਕ ਇਹ ਕਹਿੰਦੇ ਵੀ ਉਹਨਾਂ ਦੇ ਫੋਨ ਬੰਦ ਆ ਰਹੇ ਸੀ, ਜਿਹੜੀਆਂ ਤੜਕੇ ਦੀਆਂ ਖਬਰਾਂ ਸੀ, ਸਵੇਰ ਦੀਆਂ ਖਬਰਾਂ ਆਪਾਂ ਪੜ੍ਹੀਆਂ ਹੋਈਆਂ, ਪਤਾ ਨਹੀਂ ਲੱਗਿਆ ਉਹਨਾਂ ਨੇ। ਪਰ ਆਮ ਤੌਰ ਤੇ ਕਿਹਾ ਜਾਂਦਾ ਕਿ ਉਹਨਾਂ ਨੇ ਪੇਸ਼ਕਸ਼ੀ ਕੀਤੀ ਸੀ। ਅਸਤੀਫਾ ਦਿੱਤਾ ਨਹੀਂ ਸੀ? ਨਹੀਂ, ਪੇਸ਼ਕਸ਼ ਕਹਿਦਾ ਵੀ ਲੈ ਲਓ ਜੀ, ਪਰ ਉਹਨਾਂ ਨੇ ਸਟ੍ਰੈਸ ਨਹੀਂ ਕੀਤਾ ਵੀ ਜ਼ਰੂਰ ਪ੍ਰਵਾਨ ਕਰੋ। ਠੀਕ ਹੈ। ਚਲੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ। ਸੋ ਪ੍ਰੋਗਰਾਮ ਸ਼ਮਾਦਾਨ ਬਾਅਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਨਾਲ। ਇਸ ਤੋਂ ਬਾਅਦ ਸਾਡੇ ਪੱਤਰਕਾਰ ਸਾਹਿਬਾਨ ਤੁਹਾਡੇ ਨਾਲ ਖਬਰਾਂ ਲੈ ਕੇ ਜੁੜਨਗੇ।